ਜੀ ਦੋਸਤੋ, ਬਹੁਤ ਬਹੁਤ ਸਵਾਗਤ ਇੱਕ ਵਾਰੀ ਫਿਰ। ਸਮਾਂ ਇਸ ਵੇਲੇ 2:19 ਹੋ ਗਏ ਨੇ। ਹਰਜਿੰਦਰ ਗਿੱਲ ਸ਼ੋਅ 2 ਵਜੇ ਤੋਂ ਲੈ ਕੇ 5 ਵਜੇ ਤੱਕ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਹਾਜ਼ਰ ਹੋਈਦਾ। ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਵੋਗੇ। ਅਤੇ ਜਿੱਥੇ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਕਾਫੀ ਬਿਜ਼ੀ ਹੋਣਾ ਜੀ ਅੱਜ ਪ੍ਰੋਗਰਾਮ, ਕਾਫੀ ਸਾਰੀਆਂ ਵੱਖ-ਵੱਖ ਇੰਟਰਵਿਊਜ਼ ਹੋਣੀਆਂ ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ, ਅਤੇ ਗੀਤ ਸੰਗੀਤ ਨਾਲ ਵੀ ਤੁਹਾਨੂੰ ਜੋੜੀ ਰੱਖਣਾ। ਸ਼ੁੱਕਰਵਾਰ ਦਾ ਦਿਨ ਹੈ, ਸੋ ਐਂਟਰਟੇਨ ਵੀ ਜ਼ਰੂਰ ਕਰਾਂਗੇ। ਪਰ ਐਂਟਰਟੇਨਮੈਂਟ ਦੇ ਵਿੱਚ ਇਸ ਵੇਲੇ ਜੇ ਗੱਲ ਕਰੀਏ ਤਾਂ ਸ਼ਾਇਦ ਪੰਜਾਬ ਦੀ ਇਲੈਕਸ਼ਨ ਵੀ ਇੱਕ ਵੱਖਰੀ ਤਰ੍ਹਾਂ ਦਾ ਰੰਗਮੰਚ ਬਣ ਚੁੱਕਿਆ। ਉੱਥੋਂ ਵੀ ਹਮੇਸ਼ਾ ਸਾਨੂੰ ਕੁਛ ਨਾ ਕੁਛ ਗੱਲਾਂ ਬਾਤਾਂ, ਬੇਸ਼ੱਕ ਜੇ ਅਸੀਂ ਵਿਸ਼ੇ ਦੇ ਤੌਰ ਦੇ ਉੱਤੇ ਜਾਣਨਾ ਹੋਵੇ, ਦੇਖਣਾ ਹੋਵੇ, ਸੁਣਨਾ ਹੋਵੇ, ਸਮਝਣਾ ਹੋਵੇ, ਤਾਂ ਇਹ ਬਹੁਤ ਸੰਜੀਦਾ ਮੁੱਦਾ ਹੈ ਜਦੋਂ ਅਸੀਂ ਪੰਜਾਬ ਦੀ ਇਲੈਕਸ਼ਨ ਦੀ ਗੱਲ ਕਰਦੇ ਹਾਂ। ਪਰ ਕਈ ਵਾਰ ਤਰਸ ਆਉਂਦਾ, ਕਈ ਵਾਰ ਇਸ ਗੱਲ ਦੀ ਹੈਰਾਨੀ ਹੁੰਦੀ ਹੈ, ਕਈ ਵਾਰ ਇਸ ਗੱਲ ਦਾ ਦੁੱਖ ਵੀ ਹੁੰਦਾ ਕਿ ਲੋਕ ਜਿਹੜੇ ਨੇ ਜਾਂ ਫਿਰ ਜਿਹੜੇ ਪੋਲੀਟੀਸ਼ੀਅਨਸ ਨੇ ਉਹਨੂੰ ਇੱਕ ਡਰਾਮੇ ਦੀ ਤਰ੍ਹਾਂ ਇਸ ਸਿਆਸਤ ਨੂੰ ਜਿਸ ਰੂਪ ਦੇ ਵਿੱਚ ਕਈ ਵਾਰ ਪਰੋਸਦੇ ਨੇ ਅਤੇ ਲੋਕ ਜਿਵੇਂ ਰਿਐਕਟ ਕਰਦੇ ਨੇ, ਉਹ ਇੱਕ ਅੰਗ ਜਾਂ ਇੱਕ ਐਂਗਲ ਸਾਨੂੰ ਦਿਖਦਾ ਹੁੰਦਾ। ਪਰ ਉਹਦੇ ਨਾਲ ਦੀ ਨਾਲ ਇੱਕ ਐਂਗਲ ਹੋਰ ਜਿਹੜਾ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ, ਜਿਵੇਂ ਥੋੜ੍ਹੀ ਦੇਰ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਸਾਡੇ ਨਾਲ ਸਾਡੇ ਅਜ਼ੀਜ਼ ਦੋਸਤ ਨੇ ਅਮਨ ਖਟਕਰ ਹੋਣੀ, ਪ੍ਰਾਈਮ ਏਸ਼ੀਆ TV ਦੇ CEO ਕਰਤਾ ਧਰਤਾ ਨੇ। ਅਤੇ ਇੱਕ ਤਾਂ ਬਹੁਤ ਵੱਡੇ ਮਾਣ ਦੀ ਜਿਹੜੀ ਅੱਜ ਗੱਲ ਹੋਈ ਹੈ, ਉਹ ਕੀ ਮਾਣ ਹੈ ਸਾਡੇ ਪੰਜਾਬੀ ਮੀਡੀਆ ਦੇ ਲਈ, ਖਾਸ ਤੌਰ ਦੇ ਉੱਤੇ ਜੇ ਗੱਲ ਕਰਾਂ ਉਹ ਵੀ ਜ਼ਿਕਰ ਕਰਨਾ। ਪਰ ਨਾਲ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਇਸ ਵਾਰ ਹੋ ਰਹੀ ਹੈ, ਉਹ ਪਿਛਲੀਆਂ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਨੇ ਜਾਂ ਫਿਰ ਇੱਥੇ ਸਾਡੇ ਕੈਨੇਡਾ 'ਚ ਇਲੈਕਸ਼ਨਸ ਹੁੰਦੀਆਂ ਨੇ, ਉਹਨਾਂ ਨਾਲੋਂ ਕਿੰਨੀਆਂ ਕੁ ਵੱਖ ਨੇ ਅਤੇ ਕਿਵੇਂ ਵੱਖ ਨੇ, ਇਹ ਗੱਲਬਾਤ ਅੱਜ ਤੁਹਾਡੇ ਤੱਕ ਪਹੁੰਚਦੀ ਕਰਨੀ ਹੈ। ਔਰ ਫਸਟ ਹੈਂਡ ਇਨਫੋਰਮੇਸ਼ਨ ਜਿਹੜੀ ਅਮਨ ਖਟਕੜ ਸਾਹਿਬ ਇਸ ਵੇਲੇ ਗਰਾਊਂਡ ਜ਼ੀਰੋ 'ਤੇ ਕਹਿ ਲਈਏ, ਜਿਸ ਤਰੀਕੇ ਦੇ ਨਾਲ ਇਹਨਾਂ ਦੀ ਪੂਰੀ ਟੀਮ ਕੰਮ ਕਰ ਰਹੀ ਹੈ, ਸਾਨੂੰ ਖੁਦ ਨੂੰ ਬੜਾ ਮਾਣ ਹੋ ਰਿਹਾ ਇਸ ਵੇਲੇ ਅਮਨ ਖਟਕੜ ਹੋਰਾਂ ਦੇ ਨਾਲ ਗੱਲ ਕਰਨ ਦੇ ਲਈ, ਉਹਨਾਂ ਨੂੰ ਇੱਥੇ ਇਨਵਾਈਟ ਕਰਦੇ ਹੋਏ। ਤਾਂ ਆ ਜਾਓ ਉਹਨਾਂ ਦੇ ਕੋਲੋਂ ਥੋੜ੍ਹਾ ਮਾਹੌਲ ਵੀ ਪੁੱਛਾਂਗੇ ਕਿ ਕੀ ਇਸ ਵੇਲੇ ਪੰਜਾਬ ਸਿਆਸਤ ਦਾ, ਅਤੇ ਜਿਹੜੀਆਂ ਨਵੀਆਂ ਪਿਰਤਾਂ ਇਸ ਵਾਰੀ ਪੈ ਰਹੀਆਂ ਨੇ ਮੀਡੀਆ ਦੇ ਪੁਆਇੰਟ ਆਫ ਵਿਊ ਤੋਂ, ਟੈਕਨੋਲੋਜੀ ਦੇ ਪੁਆਇੰਟ ਆਫ ਵਿਊ ਤੋਂ, ਜਾਂ ਲੋਕਾਂ ਦੇ ਵਿੱਚ ਇਸ ਵਾਰ ਕਿਸ ਤਰ੍ਹਾਂ ਦੀ ਐਕਸਾਈਟਮੈਂਟ ਹੈ। ਔਰ ਨਾਲ ਦੀ ਨਾਲ ਜਿਵੇਂ ਦੱਸਿਆ ਕਿ ਜਿਹੜੇ ਪੋਲੀਟੀਸ਼ੀਅਨਸ ਨੇ ਕਈ ਵਾਰ ਉਹ ਆਪਣਾ ਇੱਕ ਵੱਖਰੀ ਤਰ੍ਹਾਂ ਦਾ ਰੰਗਮੰਚ ਵੀ ਲੈ ਕੇ ਬੈਠੇ ਹੁੰਦੇ ਨੇ। ਇਹ ਸਾਰੇ ਅੰਗ ਡਿਸਕਸ ਕਰਨ ਦੇ ਲਈ ਅਮਨ ਹੋਰੀ ਸਾਡੇ ਨਾਲ ਨੇ। ਖਟਕੜ ਬਾਈ, ਬਹੁਤ ਬਹੁਤ ਸਵਾਗਤ ਤੁਹਾਡਾ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ, ਐਂਡ ਥੈਂਕ ਯੂ ਮੈਨੂੰ ਸ਼ੋਅ ਦੇ ਵਿੱਚ ਲੈ ਕੇ ਆਉਣ ਲਈ। ਸਤਿ ਸ਼੍ਰੀ ਅਕਾਲ ਜੀ। ਸੋ ਅਮਨ ਬਾਈ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਸਾਡੀ ਪੂਰੀ ਟੀਮ ਵੱਲੋਂ, ਕਿਉਂਕਿ ਜੇ ਪੰਜਾਬੀ ਮੀਡੀਆ ਦੀ ਅਸੀਂ ਗੱਲ ਕਰੀਏ ਤਾਂ ਇਸ ਵੇਲੇ ਪ੍ਰਾਈਮ ਏਸ਼ੀਆ ਇੱਕ ਵੱਖਰੀ ਬੁਲੰਦੀ ਦੇ ਉੱਤੇ ਪਹੁੰਚਿਆ ਹੋਇਆ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਪੰਜਾਬੀ, ਆਈ ਗੈਸ ਇਕੱਲੇ ਪੰਜਾਬੀਆਂ ਤੱਕ ਹੀ ਨਹੀਂ, ਪੂਰੇ ਇੰਡੀਅਨਸ ਦੇ ਲਈ ਇੱਕ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਪਹੁੰਚਦੀ ਕਰ ਰਹੇ ਹੋ, ਔਰ ਉਸੇ ਕਾਰਨ ਸ਼ਾਇਦ ਜਿਹੜੀ ਅੱਜ ਇੱਕ ਅਚੀਵਮੈਂਟ ਹੈ, ਤੁਹਾਡੀ ਜ਼ੁਬਾਨੀ ਜ਼ਰੂਰ ਸਾਂਝੀ ਕਰੀਏ ਪਹਿਲਾਂ ਤਾਂ। ਹਾਂਜੀ ਵੀਰ ਜੀ, ਜਿੱਦਾਂ ਸ਼ਾਇਦ ਤੁਸੀਂ ਪਹਿਲਾਂ ਸ਼ਾਇਦ ਦੱਸਿਆ ਹੋਊਗਾ ਕਿ ਪ੍ਰਾਈਮ ਏਸ਼ੀਆ TV ਪਹਿਲਾ ਇੱਕ ਇਹੋ ਜਿਹਾ ਅਦਾਰਾ ਬਣਿਆ ਕਿ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਨੇ ਇਹਨਾਂ ਨੂੰ ਅਫੀਸ਼ੀਅਲ ਮੀਡੀਆ ਪਾਰਟਨਰ ਬਣਾਇਆ। ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਹੋਇਆ। ਉਹਦੇ ਲਈ ਕਿਉਂਕਿ ਖੁਦ ਨੂੰ ਵੀ ਚੰਗਾ ਲੱਗ ਰਿਹਾ, ਬਟ ਅਗੇਨ ਇਹਦੇ ਵਿੱਚ ਮੈਨੂੰ ਲੱਗਦਾ ਸਾਡਾ ਤਾਂ ਬਾਹਲਾ ਵੱਡਾ ਹੱਥ ਨਹੀਂ ਹੈਗਾ। ਸਾਨੂੰ ਦੇਖਣ ਵਾਲਿਆਂ ਦਾ, ਤੁਹਾਡੇ ਵਰਗੇ ਭਰਾਵਾਂ ਦਾ, ਜਾਂ ਸਾਨੂੰ ਪਿਆਰ ਕਰਨ ਵਾਲਿਆਂ ਦੇ ਕਰਕੇ ਹੀ ਸਾਰਾ ਕੁਛ ਇਹ ਹੋਇਆ। ਔਰ ਜਿੱਥੇ ਤੱਕ ਵੀ ਹੁਣ ਅਸੀਂ ਹੈਗੇ ਹਾਂ, ਸਿਰਫ ਤੁਹਾਡੇ ਸਾਰੇ ਚਾਹਣ ਵਾਲਿਆਂ ਲਈ, ਪਿਆਰ ਕਰਨ ਵਾਲਿਆਂ ਲਈ ਦੇ ਕਰਕੇ ਹੀ ਹੈਗੇ ਆ ਵੀਰ ਜੀ। ਔਰ ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਇਲੈਕਸ਼ਨ ਕਮਿਸ਼ਨ ਨੇ ਪਹਿਲੀ ਵਾਰ ਕੋ ਅਫੀਸ਼ੀਅਲ ਮੀਡੀਆ, ਕਿਉਂਕਿ ਜਦੋਂ ਇਲੈਕਸ਼ਨ ਕਮਿਸ਼ਨ ਹੋਣਾ ਦੇ ਨਾਲ ਮੇਰੀ ਮੀਟਿੰਗਸ ਹੋਈ ਤਾਂ ਉਹਨਾਂ ਨੇ ਵੀ ਇਹ ਨਵੀਂ ਚੀਜ਼ ਸੀਗੀ ਵੀ ਏਦਾਂ ਹੋ ਵੀ ਸਕਦਾ, ਅੱਜ ਤੱਕ ਹੋਇਆ ਨੀਗਾ। ਉਹਨੇ ਆਪਣਾ ਜੋ ਵੀ ਉਹਨਾਂ ਦਾ ਸੰਵਿਧਾਨ ਵਗੈਰਾ ਹੋਊਗਾ ਉਹਨੇ ਚੈੱਕ ਕੀਤਾ, ਪਰ ਫਿਰ ਉਹ ਕ੍ਰਾਈਟੀਰੀਆ 'ਚ ਦੇਖਿਆ ਵੀ ਕੋਈ ਇਹੋ ਜਿਹਾ ਅਦਾਰਾ ਹੋਵੇ ਜੇ ਬਾਕੀਆ ਹੀ ਉਹ ਕਮਿਊਨਿਟੀ ਦੇ ਲਈ ਕੁਛ ਸਿਹਤ ਦਾ ਕੰਮ ਕਰਦਾ ਹੋਵੇ, ਜਾਂ ਹੋਰ ਵੀ ਜਿਹੜੀਆਂ ਉਹਦੀਆਂ ਗਾਈਡਲਾਈਨਸ ਵਗੈਰਾ ਹੋਣਗੀਆਂ, ਤਾਂ ਫਿਰ ਉਹਨੇ ਫਿਰ ਕੁਛ ਕੁ ਦਿਨਾਂ ਬਾਅਦ ਦੱਸਿਆ ਕਹਿੰਦੇ ਹੋ ਤਾਂ ਸਕਦਾ ਏਦਾਂ, ਪਰ ਅੱਜ ਤੱਕ ਹੋਇਆ ਨਹੀਂ, ਬਟ ਹੋ ਸਕਦਾ। ਕਿਉਂ ਫਿਰ ਤਾਂ ਕਰਕੇ ਪਹਿਲੀ ਵਾਰ ਇਹ ਚੀਜ਼ ਹੋਈ ਆ। ਸਾਨੂੰ ਵੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ। ਬਿਲਕੁਲ ਬਿਲਕੁਲ। ਹੁਣ ਭਾਈ ਇਹ ਜਿਵੇਂ ਮੈਂ ਦੁਬਾਰਾ ਰਿਪੀਟ ਹੀ ਕਰਨ ਲੱਗਿਆ ਕਿ ਸਾਡੇ ਸਾਰੇ ਪੰਜਾਬੀ ਮੀਡੀਆ ਦੇ ਲਈ ਇਹ ਬਹੁਤ ਵੱਡਾ ਮਾਣ ਅਤੇ ਰਿਸਪੈਕਟ ਵਾਲਾ ਇਹ ਜਿਹੜਾ ਸਬੱਬ ਹੈ। ਬੇਸ਼ੱਕ ਆਪਾਂ ਕਈ ਵਾਰੀ ਫਿਕਰਮੰਦ ਵੀ ਹੁੰਦੇ ਹਾਂ, ਅਸੀਂ ਕਿੰਤੂ ਪਰੰਤੂ ਵੀ ਕਰਦੇ ਹਾਂ, ਅਸੀਂ ਗਿਲੇ ਸ਼ਿਕਵੇ ਵੀ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਉੱਤੇ, ਪੋਲੀਟੀਸ਼ੀਅਨਸ ਦੇ ਬਾਰੇ 'ਚ। ਈਵਨ ਕਈ ਵਾਰ ਸਵਾਲ ਖੜ੍ਹੇ ਹੁੰਦੇ ਨੇ ਇਲੈਕਸ਼ਨ ਕਮਿਸ਼ਨ ਦੀ ਪਰਫੋਰਮੈਂਸ ਦੇ ਉੱਪਰ ਵੀ, ਉਹਨਾਂ ਦੇ ਰੋਲ ਦੇ ਉੱਪਰ ਵੀ। ਪਰ ਇੰਨਾ ਕੁ ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ ਕਿ ਇਲੈਕਸ਼ਨ ਕਮਿਸ਼ਨ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਇਲੈਕਸ਼ਨਸ ਨੂੰ ਕੰਡਕਟ ਕੀਤਾ, ਇਸ ਵਾਰ ਵੀ ਜੇਕਰ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਆਪਣੀ ਕਾਰਵਾਈਆਂ ਜਾਰੀ ਰੱਖੀਆਂ ਤਾਂ ਸਾਨੂੰ ਕਿਤੇ ਵੀ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉੱਥੇ ਫੇਅਰ ਐਂਡ ਪੂਰੀ ਨੀਟ ਐਂਡ ਕਲੀਨ ਤਰੀਕੇ ਦੇ ਨਾਲ ਇਲੈਕਸ਼ਨ ਨਹੀਂ ਹੋ ਸਕਦੀ। ਸੋ ਪੰਜਾਬ ਇਸ ਵੇਲੇ ਇਲੈਕਸ਼ਨਸ ਨੂੰ, ਬੇਸ਼ੱਕ 5 ਸੂਬਿਆਂ 'ਚ ਇਲੈਕਸ਼ਨਸ ਹੋ ਰਹੀਆਂ ਨੇ, ਅਸੀਂ ਅੱਜ ਕੇਂਦਰਿਤ ਰੱਖਾਂਗੇ ਆਪਣੀ ਗੱਲਬਾਤ ਨੂੰ ਪੰਜਾਬ ਦੀ ਇਲੈਕਸ਼ਨ 'ਤੇ। ਔਰ ਦੁਬਾਰਾ ਫਿਰ ਪ੍ਰਾਈਮ ਏਸ਼ੀਆ ਅਦਾਰਾ ਜਿਹੜਾ ਜੀ, ਉਹਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਅਤੇ ਬੈਸਟ ਵਿਸ਼ਿਜ਼ ਵੀ ਦਿੰਦੇ, ਅਤੇ ਨਾਲ ਸਾਡੇ ਲਈ ਜਿਹੜਾ ਮਾਣ ਵਧਿਆ ਪੰਜਾਬੀ ਮੀਡੀਆ ਦਾ ਸਾਰੀ ਦੁਨੀਆ ਦੇ ਵਿੱਚ,
ਉਹਦੇ ਲਈ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਥੈਂਕ ਯੂ ਵੀਰ ਜੀ, ਥੈਂਕ ਯੂ। ਐਂਡ ਹਰਜਿੰਦਰ ਭਾਜੀ, ਆਪਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਨਾ ਮੈਂ ਹੁਣ ਤੁਹਾਨੂੰ ਪਹਿਲਾਂ ਸ਼ੁਰੂ ਹੀ ਮੈਂ ਡਾਕਟਰ ਸਾਹਿਬ ਤੋਂ ਕਰਦਾ, ਜਿਹੜੇ ਇਲੈਕਸ਼ਨ ਕਮਿਸ਼ਨ ਹੈਗੇ ਆ ਪੰਜਾਬ ਦੇ, ਡਾਕਟਰ ਕਰਨਾ ਰਾਜੂ ਜੀ। ਠੀਕ ਹੈ। ਮੈਂ ਜਦੋਂ ਮੋਸਟਲੀ ਸਾਰੇ ਜਾਣਦੇ ਆ ਕਿ ਮੈਂ ਪਿਛਲੇ 31 ਸਾਲ ਤੋਂ ਵੈਨਕੂਵਰ ਹੀ ਰਹਿਣਾ ਜੀ। ਉਹ ਸੋ ਮੈਂ ਮਤਲਬ ਮੋਰ ਕੈਨੇਡੀਅਨ ਦੈਨ ਇੰਡੀਅਨ ਜਾਂ ਪੰਜਾਬੀ, ਹੈ ਨਾ ਜੀ। ਐਂਡ ਪਲੱਸ ਅਸੀਂ ਲੱਕੀ ਆ ਵੀ ਉਹ ਬੈਸਟ ਕੰਟਰੀ ਦੇ ਵਿੱਚ ਆਪਾਂ ਰਹਿ ਰਹੇ ਹਾਂ ਜੀ। ਪਰ ਇੱਥੇ ਜਦੋਂ ਮੈਂ ਪਹਿਲੀ ਵਾਰ ਡਾਕਟਰ ਸਾਹਿਬ ਨੂੰ ਮਿਲਿਆ, ਜਦੋਂ ਇਹਨਾਂ ਦੇ ਆਫਿਸ ਦੇ ਅੰਦਰ ਵੜਨੇ ਲੱਗਾ ਤੇ ਨਹੀਂ ਬਹੁਤ ਵੱਡਾ ਬੋਰਡ ਲਾਇਆ, ਉਹਦੇ ਵਿੱਚ ਇਹ ਲਿਖਿਆ ਸੀ ਵੀ ਮੇਰੇ ਲਈ ਕੋਈ ਵੀ ਫੁੱਲ ਨਾ ਲੈ ਕੇ ਆਓ, ਮੇਰੇ ਲਈ ਕੋਈ ਫਲਾਵਰਸ ਜਾਂ ਕੋਈ ਮਠਿਆਈਆਂ ਕੁਛ ਨਾ ਲੈ ਕੇ ਆਓ। ਜੇ ਤੁਸੀਂ ਕੁਛ ਕਰਨਾ ਹੀ ਚਾਹੁੰਦੇ ਆ ਤਾਂ ਬੱਚਿਆਂ ਨੂੰ ਪੈਨ, ਕਾਪੀਆਂ ਜਾਂ ਹੋਰ ਚੀਜ਼ਾਂ ਲੈ ਦਿਓ। ਉਹ ਕੋਈ ਵੀ ਮਤਲਬ ਫੁੱਲ ਤੱਕ ਵੀ ਐਕਸੈਪਟ ਨਹੀਂ ਕਰਦੇ। ਸੋ ਇੰਨੇ ਨਾਈਸ ਐਂਡ ਚੰਗੀ ਸੋਚ ਦੇ ਮਾਲਕ ਨੇ। ਔਰ ਮੈਨੂੰ ਫਿਰ ਉਦੋਂ ਹੀ ਲੱਗਾ ਵੀ ਇਹ ਪੰਜਾਬ ਦੇ ਵਿੱਚ ਭਾਜੀ ਆਪਾਂ ਸਾਰਿਆਂ ਨੂੰ ਪਤਾ ਵੀ ਕਿੰਨਾ ਕਰਪਟ ਸਿਸਟਮ ਹੈਗਾ ਜੀ, ਆਪਾਂ ਇਹ ਡਿਨਾਈ ਨਹੀਂ ਕਰ ਸਕਦੇ। ਜਦੋਂ ਤੁਹਾਨੂੰ ਕਿਤੇ ਤੁਹਾਨੂੰ ਇਹੋ ਜਿਹੇ ਇਮਾਨਦਾਰ ਆਫਿਸਰ ਜਾਂ ਇਸ ਲੈਵਲ ਦੇ ਆਫਿਸਰ ਮਿਲਦੇ ਆ, ਤੁਹਾਡਾ ਲਗਾਵ ਉਹਨਾਂ ਵੱਲ ਵੱਧਦਾ ਹੀ ਆ, ਕਿਉਂਕਿ ਆਪਾਂ ਜਿਸ ਕੰਟਰੀ 'ਚ ਆਏ ਸਾਨੂੰ ਲੱਗਦਾ ਉਹ ਪੰਜਾਬ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜੀ। ਸੋ ਉੱਥੇ ਫਿਰ ਉਹਨਾਂ ਦੇ ਨਾਲ ਜਦੋਂ ਬਾਰ-ਬਾਰ ਮਿਲੇ, ਮਿੱਤਰਚਾਰਾ ਹੋਇਆ। ਔਰ ਹਰਜਿੰਦਰ ਭਾਜੀ, ਤੁਹਾਨੂੰ ਮੈਂ ਇਹ ਦੱਸਾਂ ਵੀ ਹੁਣ ਇਲੈਕਸ਼ਨ ਕਮਿਸ਼ਨ ਪੰਜਾਬ ਦਾ ਨਾ ਮੋਸਟਲੀ ਸਾਰੇ ਗ੍ਰਾਫਿਕਸ ਜੋ ਵੀ ਉਹਨਾਂ ਦੇ ਬੋਰਡ ਲੱਗੇ ਹੋ ਆ, ਐਲਬੈਂਡ ਨੇ, ਉਹਨਾਂ ਦੀਆਂ ਐਡਾਂ ਆ, ਮੈਜੋਰਟੀ ਸਾਰੇ ਦਾ ਸਾਰਾ ਜੋ ਵੀ ਕੀ ਕਰਨਾ ਚਾਹੀਦਾ। ਕਿਉਂਕਿ ਰਾਜੂ ਜੀ ਦੀ ਮੈਂ ਇੱਕ ਗੱਲ ਜਿਹੜੀ ਇਹਨਾਂ ਦੀ ਬਹੁਤ ਵਧੀਆ ਸੀਗੀ, ਉਹ ਇਹ ਨਿਗਾ ਵੀ ਮੈਨੂੰ ਸਾਰਾ ਕੁਛ ਪਤਾ ਆ। ਉਹ ਮੈਨੂੰ ਬਹੁਤ ਕੁਛ ਵੀ ਤੁਸੀਂ ਦੱਸੋ, ਤੁਸੀਂ ਕਿੱਦਾਂ ਕਰਦੇ ਆ, ਤੁਹਾਡੇ ਕੰਟਰੀਆਂ 'ਚ ਕਿੱਦਾਂ ਕਿਹੜੀਆਂ ਚੀਜ਼ਾਂ ਚੰਗੀਆਂ ਹੁੰਦੀਆਂ। ਉਹਨੇ ਇਸ ਵਾਰ ਬਹੁਤ ਚੀਜ਼ਾਂ ਅਡੋਪਟ ਕਰਵਾਈਆਂ ਜਿਹੜੀਆਂ ਪਹਿਲਾਂ ਨਹੀਂ ਸੀ ਕਰਦੇ। ਰਾਈਟ ਸੋ ਉਹਦੇ ਨਾਲ ਇਸ ਵਾਰ ਮੈਂ ਤੁਹਾਨੂੰ ਕੁਛ ਕੁ ਚੀਜ਼ਾਂ ਦੱਸਣੀਆਂ ਚਾਹੁੰਦਾ ਜਿਹੜੀਆਂ ਕਿ ਮੇਰੇ ਲਈ ਵੀ ਬਹੁਤ ਚੀਜ਼ਾਂ ਨਵੀਆਂ ਸੀਗੀਆਂ। ਇੱਕ ਹਰਜਿੰਦਰ ਭਾਜੀ, ਜਿਹੜੀ ਇਹ ਇਲੈਕਸ਼ਨ ਆ ਨਾ, ਮੈਂ ਸਾਰੇ ਕੈਨੇਡੀਅਨ ਭੈਣ ਭਾਈਆਂ ਨੂੰ ਦੱਸਣਾ ਚਾਹੁੰਦਾ, ਇਹ ਉਹੋ ਜਿਹੀ ਇਲੈਕਸ਼ਨ ਨਹੀਂ ਹੈਗੀ ਜਿਹੜੀ 5 ਸਾਲ ਪਹਿਲਾਂ ਹੋਈ ਸੀ। ਉਹ ਜਿੱਦਾਂ ਆਮ ਹੁੰਦੀਆਂ ਸੀਗੀਆਂ, ਕਿਉਂਕਿ ਹੁਣ ਆ ਕੇ ਨਾ ਬਹੁਤ ਕੁਛ ਬਦਲ ਗਿਆ ਆ। ਇਲੈਕਟ੍ਰੋਨਿਕਲੀ ਲੋਕੀ ਇੰਨੇ ਸਿਆਣੇ ਹੋ ਚੁੱਕੇ ਆ। ਅੱਜ ਪੰਜਾਬ ਦੇ ਵਿੱਚ ਤੁਸੀਂ ਵੀ ਫੋਨ ਕਰਦੇ ਹੋਣੇ ਆ, ਲੋਕ ਭੇਤ ਵੀ ਨਹੀਂ ਦਿੰਦੇ। ਪਤਾ ਲੱਗ ਕੀ ਹੁੰਦਾ, ਬਹੁਤ ਸਿਆਣੇ ਹੋ ਗਏ ਲੋਕਾਂ ਕੋਲ। ਲੋਕਾਂ ਨੇ ਆਪਣਾ ਮਨ ਜਿਹੜਾ ਬਣਾਇਆ ਆ ਜਾਂ ਬਣਾਉਣਗੇ, ਉਹ ਅੱਗੇ ਵਾਂਗੂ ਨਹੀਂ ਹੈਗਾ, ਕਿਉਂਕਿ ਡਿਜੀਟਲੀ ਇੰਨਾ ਐਡਵਾਂਸ ਹੋ ਗਿਆ ਹੈ ਨਾ ਇੰਡੀਆ, ਇੰਨਾ ਐਡਵਾਂਸ। ਭਾਜੀ ਹੁਣ ਮੈਨੂੰ ਪਤਾ ਨਹੀਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਇਆ ਨੂੰ, ਜਾਂ 19 ਦਾ ਹੋਇਆ ਜੀ ਲਾਸਟ ਭਾਜੀ। 19 ਦਾ ਔਰ 22 ਦਾ ਪੰਜਾਬ ਤੁਸੀਂ ਜ਼ਮੀਨ ਇਹਨੂੰ ਏਦਾਂ ਕਹਿ ਲਈ ਵੀ 19-21 ਦਾ ਫਰਕ ਨਹੀਂ ਰਹਿ ਗਿਆ, ਹੁਣ ਜ਼ਿਆਦਾ ਫਰਕ ਰਹਿ ਗਿਆ। ਤੁਹਾਨੂੰ ਦੱਸ ਰਿਹਾ ਜੀ, ਜਿਹੜੀ ਐਕਚੁਅਲੀ ਦੁਨੀਆ ਹੀ ਆ ਜਾਂ ਪੰਜਾਬ ਆ ਨਾ, ਬਿਫੋਰ ਕੋਵਿਡ ਐਂਡ ਆਫਟਰ ਕੋਵਿਡ ਭਾਜੀ ਬਹੁਤ ਬਦਲ ਗਿਆ। ਜੇ ਆਪਾਂ ਡਿਜੀਟਲੀ ਦੇਖੀਏ ਤਾਂ ਆਪਾਂ ਕੈਨੇਡਾ, ਮੈਨੂੰ ਲੱਗਦਾ ਆਪਾਂ ਬਹੁਤ ਜ਼ਿਆਦਾ ਪਿੱਛੇ ਆ। ਆਪਾਂ ਟੈਕਨੋਲੋਜੀ ਦੇ ਵਿੱਚ ਇੰਨੇ ਪਿੱਛੇ ਰਹਿ ਗਏ ਆ, ਇਹ ਕੰਟਰੀ ਬਹੁਤ ਅੱਗੇ ਲੰਘ ਗਿਆ ਭਾਜੀ। ਮਤਲਬ 2-3 ਸਾਲਾਂ ਦੇ ਵਿੱਚ ਹੀ ਤੁਸੀਂ ਅੱਜ ਹੈਰਾਨ ਹੋਵੋਗੇ। ਮੈਂ ਪਹਿਲਾਂ ਆ ਕੇ ਬਹੁਤ ਹੈਰਾਨ ਹੋਇਆ ਤੇ ਤੁਸੀਂ ਕਿਸੇ ਰੇਹੜੀ ਵਾਲੇ ਤੋਂ ਵੀ ਜਾਂਦੇ ਆ ਨਾ ਭਾਜੀ, ਉਹਦੇ ਕੋਲ ਵੀ ਜਿਹੜਾ ਰੇਹੜੀ ਵਾਲਾ, ਤੁਸੀਂ ਮਤਲਬ ਮੂੰਗਫਲੀ ਲੈਣੀ ਆ, ਤੁਸੀਂ ਹਦਵਾਣਾ ਲੈਣਾ ਆ, ਤੁਸੀਂ ਕੁਛ ਕਰਨਾ ਆ, ਉਹ ਵੀ ਤੁਹਾਨੂੰ 5-6 ਆਪਸ਼ਨਾਂ ਦਿੰਦਾ। ਤੁਸੀਂ ਗੂਗਲ ਪੇ ਨਾਲ ਪੇ ਕਰਨੇ, ਫੋਨ ਪੇ ਨਾਲ ਕਰਨੇ ਆ, ਪੇਟੀਐਮ ਨਾਲ ਕਰਨੇ ਆ, ਔਰ UTI ਕਰਨੇ ਆ ਭਾਜੀ। ਆਪਣੇ ਕੋਲ ਤਾਂ ਅੱਜ ਵੀ ਕੈਨੇਡਾ ਦੇ ਅਸੀਂ ਤੇ ਇੱਥੇ ਸਾਡੇ ਕ੍ਰੈਡਿਟ ਕਾਰਡ ਸੈਟਅਪ ਕਰਨ ਨੂੰ ਕਈ ਵਾਰੀ 3 ਦਿਨ ਲੱਗ ਜਾਂਦੇ ਆ ਭਾਜੀ। ਆਪਣੇ ਕੋਲ ਦੇਖੋ, ਆਪਣੇ ਕੋਲ ਅੱਜ ਵੀ ਕੈਨੇਡਾ ਦੇ ਵਿੱਚ ਜਾਂ ਕ੍ਰੈਡਿਟ ਕਾਰਡ ਨੇ, ਰਾਈਟ, ਤਾਂ ਜਾਂ ਆਪਣੇ ਕੋਲ ਹੁਣ ਜਿਹੜੇ ਬਾਲੇ ਥੋੜੇ ਜਿਹੇ ਟੈਕਨੋਲੋਜੀ ਯੂਜ਼ ਕਰਦੇ ਹੋ, ਈ ਟ੍ਰਾਂਸਫਰ ਕਰ ਦਿੰਦੇ ਆ, ਮਤਲਬ ਜਾਂ ਤੁਸੀਂ ਕੈਸ਼ ਪੇ ਕਰੋ। ਤਿੰਨਾਂ ਤੋਂ ਇਲਾਵਾ ਤਾਂ ਆਪਸ਼ਨ ਹੀ ਹੈ ਨਹੀਂ ਗਿਆ। ਜਿਹੜੀਆਂ ਇੱਥੇ ਤਾਂ ਇੰਨਾ ਐਡਵਾਂਸ ਹੋ ਗਿਆ, ਜਿਹਦੇ ਕੋਲ ਮਰਜ਼ੀ ਜਾਓ ਭਾਜੀ, ਮਤਲਬ ਇੰਨੇ ਐਡਵਾਂਸ ਹੋ ਗਏ ਆ ਤੇ ਉਹ ਕੈਸ਼ ਰੱਖਦਾ ਹੀ ਨਹੀਂ ਕੋਈ। ਔਰ ਈਵਨ ਹੋਰ ਤੁਸੀਂ ਦੇਖੋ ਕਿ ਤੁਸੀਂ ਅੱਜ ਇੰਨੀ ਟੈਕਨੋਲੋਜੀ ਇੱਥੇ ਅੱਗੇ ਹੋ ਗਈ ਆ ਤੇ ਤੁਸੀਂ ਆਪਣੇ ਕਿਸੇ ਵਰਕਰ ਨੂੰ ਵੀ ਭੇਜਦੇ ਨਾ ਵੀ ਮੇਰੇ ਲਈ ਅੱਜ ਆ ਕੇ ਦੁਕਾਨ ਤੋਂ ਆਹ ਚੀਜ਼ਾਂ ਲੈ ਲਾ, ਉਹਨੂੰ ਪੈਸੇ ਦੇਣ ਦੀ ਲੋੜ ਹੀ ਨਹੀਂ ਭਾਜੀ। ਉੱਥੇ ਜਾਂਦੇ ਆ, ਉੱਥੇ ਜਾ ਕੇ ਉਹ ਤੁਹਾਨੂੰ WhatsApp ਤੇ ਭੇਜਦਾ ਵੀ ਇੰਨਾ ਬਿੱਲ ਬਣਿਆ, ਆਹ ਇਹਦਾ ਪੇਟੀਐਮ ਨੰਬਰ ਆ, ਤੁਸੀਂ ਇੱਥੋਂ ਆਪਣੇ ਫੋਨ ਤੇ ਜਾਂਦੇ ਆ, ਤੁਸੀਂ ਪੇ ਕਰ ਦਿੰਦੇ ਆ। ਨਾ ਕੋਈ ਇਹ ਹੇਰਾ ਫੇਰੀ ਦਾ ਕੋਈ ਰੌਲਾ ਹੀ ਨਹੀਂ। ਮਤਲਬ ਬਹੁਤ ਐਡਵਾਂਸ ਹੋ ਗਿਆ।
ਸੋ ਆਪਾਂ ਫਿਰ ਮੁੜ ਕੇ ਜੀ ਇਲੈਕਸ਼ਨ ਤੇ ਆਉਂਦੇ ਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹੁਣ ਆਹ ਜਿਹੜੀ ਇਲੈਕਸ਼ਨ ਸੋ ਟੈਕਨੋਲੋਜੀ ਜਿਹੜੀ ਤੁਹਾਨੂੰ ਲੱਗਦਾ ਵੀ ਇਸ ਵਾਰੀ ਇਲੈਕਸ਼ਨ 'ਚ ਵੀ ਉਹ ਪੂਰੀ ਔਰ ਉਸੇ ਵੱਡੇ ਪੈਮਾਨੇ ਦੇ ਉੱਪਰ ਤੁਹਾਨੂੰ ਲੱਗ ਰਿਹਾ ਵੀ ਜਿਹੜੀ, ਕਿਉਂਕਿ ਜਦੋਂ ਜਿਸ ਵੱਡੇ ਤੰਤਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਜੀ ਉਹ ਆਪਾਂ ਪੂਰੇ ਦੁਨੀਆ ਭਰ ਦੇ ਵਿੱਚ ਜਿਹੜੀ ਇੰਡੀਆ ਦੀ ਇਲੈਕਸ਼ਨ ਹੈ ਜਾਂ ਇੰਡੀਆ ਦੀ ਡੈਮੋਕ੍ਰੇਸੀ ਦਾ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹ ਜਿਹੜਾ ਸੈਟਅਪ ਹੈ, ਉਹ ਜਿਹੜਾ ਤਾਣਾ ਬਾਣਾ ਹੈ ਜਾਂ ਉਹ ਜਿਹੜੇ ਅਰੇਂਜਮੈਂਟਸ ਹੁੰਦੇ ਨੇ ਉਹਨਾਂ ਦੀ ਤਾਂ ਹਮੇਸ਼ਾ ਗੱਲ ਚੱਲਦੀ ਹੈ। ਸੋ ਉਸ ਅਰੇਂਜਮੈਂਟਸ ਦੇ ਵਿੱਚ ਤੁਸੀਂ ਖੁਦ ਜਿਵੇਂ ਗੱਲ ਕਰ ਰਹੇ ਹੋ ਤਾਂ ਮੈਨੂੰ ਵੀ ਸੁਣ ਕੇ ਬੜੀ ਹੈਰਾਨੀ ਹੋ ਰਹੀ ਹੈ ਕਿ ਤੁਸੀਂ ਜਿੰਨੇ ਇੰਪ੍ਰੈਸਡ ਹੋ ਤਾਂ ਇਹ ਛੋਟੀ ਗੱਲ ਨਹੀਂ ਹੈ। ਹਾਂਜੀ ਭਾਜੀ, ਨਾਲੇ ਆਪਾਂ ਉਹ ਜਿਹੜੇ ਟੈਕਨੋਲੋਜੀ ਨੂੰ ਯੂਜ਼ ਵੀ ਕਰਦੇ ਆ ਔਰ ਪਲੱਸ ਫਿਰ ਵੀ ਸਾਨੂੰ ਲੱਗਿਆ ਕਿ ਅਸੀਂ ਬਹੁਤ ਪਿੱਛੇ ਆ ਭਾਜੀ ਹੁਣ ਇਲੈਕਸ਼ਨ ਨੂੰ। ਸੋ ਮੈਂ ਇੱਕ ਵਾਰੀ ਦੋਸਤੋ ਥੋੜਾ ਜਿਹਾ ਬਰੀਫ ਕਰ ਦਿੰਦਾ ਦੁਬਾਰਾ ਫਿਰ। ਮੇਰੇ ਨਾਲ ਪੰਜਾਬ ਤੋਂ ਅਮਨ ਖਟਕਰ ਹੋਣੀ CEO ਪ੍ਰਾਈਮ ਏਸ਼ੀਆ TV ਸਾਡੇ ਨਾਲ ਨੇ, ਤੇ ਨਾਲ ਹੀ ਜਿਵੇਂ ਖਾਸ ਅਸੀਂ ਅੱਜ ਜਿੱਥੋਂ ਸ਼ੁਰੂ ਕੀਤੀ ਹੈ ਕਿ ਓਫੀਸ਼ੀਅਲ ਮੀਡੀਆ ਪਾਰਟਨਰ ਬਣੇ ਨੇ ਇਹ ਇਲੈਕਸ਼ਨ ਕਮਿਸ਼ਨ ਦੇ ਲਈ। ਸੋ ਇਹਨਾਂ ਦੇ ਲਈ ਇਸ ਵੇਲੇ ਬਹੁਤ ਸਾਰੀ ਇਹੋ ਜਿਹੀ ਜਿਹੜੀ ਕਹਿ ਲਈ ਕਿ ਐਕਸੈਸਿਬਿਲਿਟੀ ਹੋਣੀ ਹੈ ਜਿਹੜੀ ਸ਼ਾਇਦ ਹੋਰ ਕਿਸੇ ਮੀਡੀਆ ਦੇ ਕੋਲ ਨਹੀਂ ਹੋਣੀ। ਸੋ ਅਸੀਂ ਬੜੀ ਖੁਸ਼ੀ ਦੇ ਨਾਲ ਅੱਜ ਪਹਿਲੇ ਦਿਨ ਹੀ ਮੈਨੂੰ ਲੱਗਦਾ ਅਮਨ ਭਾਈ ਤੁਸੀਂ ਕੈਨੇਡਾ 'ਚ ਵੀ ਪਹਿਲੀ ਵਾਰੀ ਕਿਸੇ ਨਾਲ ਗੱਲ ਕਰ ਰਹੇ ਹੋਵੋਗੇ ਇਸ ਤੋਂ ਬਾਅਦ। ਬਿਲਕੁਲ ਜੀ। ਸੋ ਇਹ ਜਿਹੜੀ ਗੱਲ ਖੁਦ ਆਪਣੇ ਚੈਨਲ ਤੇ ਨਹੀਂ ਆਇਆ ਸੋ ਐਕਸਕਲੂਸਿਵ ਹੋ ਗਿਆ ਜੀ ਸਾਡੇ ਲਈ। ਸੋ ਅਸੀਂ ਕਹਿ ਦਈਏ ਕਿ ਅੱਜ ਅਮਨ ਖਟਕਰ ਹੋਰਾਂ ਦੇ ਨਾਲ ਜਿਹੜੀ ਐਕਸਕਲੂਸਿਵ ਤੌਰ ਦੇ ਉੱਤੇ ਅਸੀਂ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ ਕਿ ਜਿਹੜੀ ਇਸ ਵੇਲੇ ਇਲੈਕਸ਼ਨ ਕਮਿਸ਼ਨ ਦੀ ਤਿਆਰੀ ਹੈ। ਅੱਛਾ, ਤਿਆਰੀ ਦੇ ਨਾਲ ਨਾਲ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਡੰਡਾ ਅਮਨ ਭਾਈ ਉਹ ਵੀ ਆਪਾਂ ਗੱਲ ਕਰਾਂਗੇ, ਪਰ ਤੁਸੀਂ ਹੁਣ ਕੰਟੀਨਿਊ ਕਰੋ ਜਰਾ ਗੱਲਬਾਤ। ਹਾਂਜੀ ਭਾਜੀ, ਜਿਹੜੀ ਆਪਾਂ ਟੈਕਨੋਲੋਜੀ ਦੇ ਨਾਲ ਹੁਣ ਦੇਖਦੇ ਹਾਂ ਵੀ ਇਲੈਕਸ਼ਨ ਕਮਿਸ਼ਨ ਨੇ ਬੈਠ ਕੇ ਨਾ ਮਤਲਬ ਬਹੁਤ ਹੀ ਮੀਟਿੰਗਾਂ ਕਰਕੇ ਜਿਹੜੀਆਂ ਇਸ ਵਾਰ ਨਾ ਟੈਕਨੋਲੋਜੀ ਨੂੰ ਯੂਜ਼ ਕਰ ਰਹੇ ਨੇ ਭਾਜੀ। 351 ਗੱਡੀਆਂ ਨੇ ਜਿਹੜੀਆਂ ਇਲੈਕਸ਼ਨ ਕਮਿਸ਼ਨ ਪੰਜਾਬ 'ਚ ਫਿਰ ਰਹੀਆਂ। ਇਹ ਅਬਾਊਟ 3 ਗੱਡੀਆਂ ਹਰੇਕ ਹਲਕੇ 'ਚ ਆਉਂਦੀਆਂ ਜਿਹੜੀਆਂ 24/7 ਚੱਲ ਰਹੀਆਂ ਇਲੈਕਸ਼ਨ ਕਮਿਸ਼ਨ ਦੀਆਂ। ਸੋ ਉਹਨਾਂ ਦਾ ਕੰਮ ਸਿਰਫ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ? ਸਿਰਫ ਪੰਜਾਬ ਦੀ ਗੱਲ ਕਰ ਰਹੇ ਹਾਂ। ਔਰ ਭਾਜੀ ਇੱਕ ਬਿਊਟੀ ਇਹ ਆ ਵੀ ਇਹ ਹੁਣ ਜਿਹੜਾ ਸੈਂਟਰਲ ਸਿਸਟਮ ਬਣਾਇਆ ਇੱਥੇ ਉਹ 'ਚ ਸਾਰੀਆਂ ਪਤਾ ਲੱਗੀ ਜਾ ਰਿਹਾ ਵੀ ਕਿਹੜੀ ਨੰਬਰ ਗੱਡੀ ਖੜੀ ਆ ਜਾਂ ਚੱਲ ਰਹੀ ਹੈ ਜਾਂ ਕੀ ਕਰ ਰਹੀ ਆ। ਨਾਟ ਓਨਲੀ ਦੈਟ ਭਾਜੀ, ਹਰੇਕ ਗੱਡੀ ਦੇ ਵਿੱਚ ਕੈਮਰਾ ਲੱਗਿਆ ਹੈ, ਡੈਸ਼ ਕੈਮ ਐਂਡ ਪਿੱਛੇ ਵੀ। ਔਰ ਜਿਹੜਾ ਡੈਸ਼ ਕੈਮ ਇਹ ਨਹੀਂ ਉਹ ਰਿਕਾਰਡਿੰਗ ਕਰਦਾ, ਉਹਦੀ ਲਾਈਵ ਸਟਰੀਮਿੰਗ ਇੱਥੇ ਕੰਟਰੋਲ ਰੂਮ 'ਚ ਸਾਨੂੰ ਦਿਸਦੀ ਆ। ਮਤਲਬ ਰੀਅਲ ਟਾਈਮ ਲਾਈਵ ਉਹਨਾਂ ਦੀ ਆਵਾਜ਼ ਵੀ ਕੀ ਹੋ ਰਿਹਾ ਕਿੱਥੇ ਹੋ ਰਿਹਾ। ਜਿਹੜੇ ਪੰਜਾਬ ਦੇ ਵਿੱਚ ਨਾਕੇ ਵੀ ਲੱਗੇ ਹੋਏ ਨਾ ਭਾਜੀ, ਉਹ ਵੀ ਉਹਨਾਂ ਕੋਲ ਵੀ ਕੈਮਰੇ ਆ। ਜੇ ਕਿਸੇ ਦੀ ਗੱਡੀ ਚੈੱਕ ਕਰਦੇ ਆ ਤਾਂ ਇੱਦਾਂ ਨਹੀਂਗਾ ਵੀ ਕੋਈ ਚੀਜ਼ ਦੇਖ ਲਈ ਤਾਂ ਉਹਨੂੰ ਛੱਡ ਦਿੱਤਾ ਜਾਵੇਗਾ। ਸੋ ਇਸ ਕਰਕੇ ਜਿਹੜੀ ਇਹ ਟੈਕਨੋਲੋਜੀ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਟੈਕਨੋਲੋਜੀ ਯੂਜ਼ ਹੋ ਰਹੀ ਆ, ਸੋ ਇਹਦੇ ਨਾਲ ਬਹੁਤ ਹੀ ਪੰਜਾਬ ਦੇ ਵਿੱਚ ਇਸ ਵਾਰ ਇਸ ਇਲੈਕਸ਼ਨ ਦੇ ਵਿੱਚ ਨਾ ਵੀਰ ਜੀ ਕਾਫੀ ਡਰੇ ਹੋਏ ਨੇ ਲੋਕ। ਅੱਛਾ ਅਮਨ ਜੀ, ਕਿਤੇ ਜਿਹੜੀ ਸੌਰੀ ਤੁਹਾਡੀ ਗੱਲ ਮੈਂ ਵਿੱਚ ਹੀ ਰੋਕ ਦਿੱਤੀ, ਕਿਤੇ ਇਹ ਤਾਂ ਨਹੀਂ ਕਿ ਜਿਹੜੇ ਲੋਕ ਕਈ ਵਾਰ ਅੱਗੇ ਹੁੰਦਾ ਸੀ ਕਿ ਉਹ ਫੋਰ ਗ੍ਰਾਂਟਡ ਲਈ ਬੈਠੇ ਹੁੰਦੇ ਸੀ ਕਿ ਯਾਰ ਵੀ ਕੋਈ ਗੱਲ ਨਹੀਂ, ਅਸੀਂ ਜੋ ਜਿੱਦਾਂ ਚਾਹਾਂਗੇ ਅਸੀਂ ਉਸੇ ਤਰ੍ਹਾਂ ਦੇ ਨਾਲ ਇਹ ਸਾਰਾ ਤਾਣਾ ਬਾਣਾ ਜਿਹੜਾ ਉਹਨੂੰ ਮੈਨੇਜ ਕਰ ਲਾਂਗੇ, ਚਾਹੇ ਉਹ ਵੋਟਰਸ ਨੇ, ਚਾਹੇ ਉਹ ਸਪੋਰਟਰਸ ਨੇ, ਚਾਹੇ ਉਹ ਪਾਰਟੀਜ਼ ਲੈਵਲ ਦੇ ਉੱਪਰ ਜਿਹੜੇ ਕੈਂਡੀਡੇਟਸ ਨੇ। ਸੋ ਤੁਹਾਡੇ ਕਹਿਣ ਦਾ ਮਕਸਦ ਇਹ ਹੈ ਵੀ ਇਸ ਵਾਰ ਹਰ ਬੰਦਾ ਹੀ ਬਹੁਤ ਪੱਬ ਬੋਚ ਕੇ ਰੱਖਣ ਦੀ ਸਿਚੁਏਸ਼ਨ 'ਚ ਹੈ। ਬਹੁਤ ਮੈਂ ਉਹੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਭਾਜੀ। ਇਸ ਵਾਰ ਨਾ ਇੱਕ ਤਾਂ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਐਡਵਾਂਸ ਹੋ ਚੁੱਕਿਆ ਆ। ਇੱਕ ਵੀਰ ਜੀ ਜਿਹੜਾ ਹੁਣ ਇਸ ਵਾਰ ਗੱਡੀਆਂ ਦੇ ਨਾਲ ਬੰਦਿਆਂ ਦੇ ਨਾਲ ਲਾਈਵ ਸਟਰੀਮਿੰਗ ਦੇ ਨਾਲ ਇੱਕ ਚੀਜ਼ ਜਿਹੜੀ ਹੋਰ ਹੀ ਨਹੀਂ ਵਧੀਆ ਕੀਤੀ ਆ ਉਹ ਹੈਗੀ ਆ ਜੀ ਵੀ ਕੋਈ ਵੀ ਕਿਤੇ ਵੀ ਤੁਸੀਂ ਗਲਤ ਚੀਜ਼ ਦੇਖਦੇ ਆ ਵੀ ਗਲਤ ਹੋ ਰਿਹਾ ਆ, ਤੁਸੀਂ ਐਪ ਦਿੱਤੀ ਹੋ ਆ ਜੀ, ਉਹ ਐਪ ਦੇ ਉੱਤੇ ਜਾ ਕੇ ਤੁਸੀਂ ਕੰਪਲੇਂਟ ਕਰ ਸਕਦੇ ਆ ਜਾਂ ਫੋਨ ਕਰ ਸਕਦੇ ਆ, WhatsApp ਵਗੈਰਾ ਕਰ ਸਕਦੇ ਆ। ਔਰ ਜਿਹੜੀ ਉਹਦੀ ਇੱਕ ਚੀਜ਼ ਇਹ ਰੱਖੀ ਵੀਰ ਜੀ, ਇੱਦਾਂ ਨਹੀਂ ਵੀ ਕੰਪਲੇਂਟ ਤੁਸੀਂ ਕਰ ਦਿੱਤੀ ਆ ਤਾਂ ਮੁੜ ਕੇ ਉਹ ਕਿਤੇ ਫਾਈਲ ਪਈ ਰਹਿਣੀ ਆ। ਪੂਰੇ 100 ਮਿੰਟ ਦੇ ਵਿੱਚ, ਮੈਂ ਫਿਰ ਰਿਪੀਟ ਕਰਦਾ, ਪੂਰੇ 100 ਮਿੰਟ ਦੇ ਵਿੱਚ ਜਿਹੜਾ ਉੱਥੇ ਦਾ ਅਧਿਕਾਰੀ ਆਫੀਸਰ ਵਗੈਰਾ ਹੈਗੇ ਆ ਉਹਨਾਂ ਨੂੰ ਐਕਸ਼ਨ ਲੈ ਕੇ ਚੋਣ ਕਮਿਸ਼ਨ ਨੂੰ ਦੱਸਣਾ ਪੈਣਾ ਆ। ਜੇ 101 ਮਿੰਟ ਹੋ ਗਿਆ 101 ਮਿੰਟ ਹੋ ਗਿਆ ਤਾਂ ਉਹਨਾਂ ਨੂੰ ਵੱਡੀ ਰਿਪੋਰਟ ਕਰਨੀ ਪੈਣੀ ਕਿ ਕਿਉਂ ਨਹੀਂ 100 ਮਿੰਟ ਦੇ ਵਿੱਚ ਐਕਸ਼ਨ ਲਿਆ ਗਿਆ। ਸੋ ਬਹੁਤ ਸਖਤੀ ਹੈ ਜੀ, ਬਹੁਤ ਸਖਤੀ ਆ। ਅੱਜ ਚਲੋ ਆਪਣਾ ਸਾਰਾ ਬਾਹ ਪੈਂਦਾ ਵੱਡੇ ਵੱਡੇ ਆਫੀਸਰਸ ਜਾਂ ਵੱਡੇ ਪੋਲੀਟੀਸ਼ੀਅਨਸ ਦੇ ਨਾਲ ਵੀ, ਉਹਨਾਂ 'ਚ ਵੀ ਇਹ ਸਹਿਮ ਆ ਕਿਤੇ ਸਾਡੇ ਕੋਲ ਜਾਣੇ ਅਣਜਾਣੇ ਕੋਈ ਗਲਤ ਗੱਲ ਨਾ ਹੋ ਜਾਵੇ ਜਿਹਦੇ ਕਰਕੇ, ਕਿਉਂਕਿ
ਆਮ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਵੀਰ ਜੀ, ਵੀ ਐਤਕੀ ਇਲੈਕਸ਼ਨ ਕਮਿਸ਼ਨ ਬਹੁਤ ਸਖਤ। ਅੱਛਾ, ਇੱਕ ਅਮਨ ਭਾਈ, ਜਿਵੇਂ ਇਹਨਾਂ ਨੇ ਰੈਸਟ੍ਰਿਕਸ਼ਨਸ ਲਗਾਈਆਂ ਸੀ, ਕੁਝ ਲਿਮਿਟਡ ਟਾਈਮ ਲਈ ਕਿਹਾ ਜਾ ਰਿਹਾ ਸੀ ਕਿ ਰੈਲੀਜ਼ ਵਗੈਰਾ ਨਹੀਂ ਹੋਣੀਆਂ, ਸਾਰਾ ਵਰਚੁਅਲੀ ਹੋਣਾ, ਜ਼ਿਆਦਾ ਰੈਲੀਆਂ ਜਾਂ ਜੋ ਵੀ ਕੁਝ ਹੋਣਾ, ਤੇ ਤੁਹਾਨੂੰ ਕੀ ਲੱਗਦਾ ਵੀ ਉਹ ਕੰਟੀਨਿਊਟੀ ਬਣਾਈ ਰੱਖਣਗੇ ਕਿ ਜਾਂ ਉਹ ਦੁਬਾਰਾ ਫਿਰ ਜਿਹੜੀ ਉਹ ਲੋਕਾਂ ਦੇ ਇਕੱਠ, ਧੂੜ ਮਿੱਟੀ ਕੱਟਾ, ਲੋਕਾਂ ਦੀ એનર્ਜੀ ਵੇਸਟ ਕਰਨਾ, ਪੈਸਾ ਵੇਸਟ ਕਰਨਾ, ਉਧਰ ਨੂੰ ਦੁਬਾਰਾ ਫਿਰ ਤੁਰ ਪੈਣਾ ਸਾਰਾ ਕੁਝ? ਵੀਰ ਜੀ ਲੱਗਦਾ ਵੀ ਇਹ ਕੰਟੀਨਿਊ ਹੋਵੇਗਾ, ਕਿਉਂਕਿ ਵਧਾਈ ਜਾ ਰਹੇ ਨੇ। ਹੁਣ 31 ਤੱਕ ਤਾਂ ਕਰੇ ਦਿੱਤਾ ਹੈ ਜੀ, ਹੁਣ ਉਸ ਤੋਂ ਬਾਅਦ ਵੀ ਲੱਗਦਾ ਵੀ ਕੰਟੀਨਿਊ ਰਹੂਗਾ। ਇਹ ਜਿਹੜਾ ਵਰਚੁਅਲ ਸੈਟਅਪ ਵੀ ਰੱਖਣ ਦੀ ਕੋਸ਼ਿਸ਼ ਹੋਏਗੀ। ਵੀਰ ਜੀ ਐਕਚੁਅਲੀ ਕੀ ਹੈ ਨਾ ਹਰਜਿੰਦਰ ਭਾਜੀ, ਇਹ ਨਾ ਸਾਰੇ ਖੁਸ਼ ਨੇ, ਲੋਕੀ ਬਿਲਕੁਲ ਖੁਸ਼ ਨੇ ਵੀ ਇਹ ਜਾਣਾ ਨਹੀਂ ਪੈ ਰਿਹਾ ਕਿਤੇ ਇਹੋ ਜਿਹਾ। ਈਵਨ ਜਿਹੜੇ ਪੋਲੀਟੀਸ਼ੀਅਨਸ ਵੀ ਆ, ਜਿਹੜੇ ਖੜੇ ਵੀ ਆ, ਉਹ ਵੀ ਖੁਸ਼ ਨੇ। ਅੱਛਾ, ਕਿਉਂਕਿ ਉਹਨਾਂ ਦਾ ਬਹੁਤ ਜ਼ਿਆਦਾ ਪੈਸਾ, ਟਾਈਮ, એનર્ਜੀ ਉਹ ਸੇਵ ਹੋ ਰਹੀ ਹੈ। ਠੀਕ ਹੈ ਨਾ ਜੀ, ਉਹ ਸੇਵ ਹੋ ਰਹੀ ਆ। ਉਹ ਹੁਣ ਕਿਉਂਕਿ ਪਹਿਲਾਂ ਮਜਬੂਰੀ ਬਣ ਜਾਂਦੀ ਸੀ ਉਹਨਾਂ ਦੀ ਕਿ ਯਾਰ ਜੇ ਮੈਂ ਰੈਲੀ ਨਾ ਕੀਤੀ ਤੇ ਨਾਲਦਿਆਂ ਨੇ ਕਰ ਲੈਣੀ ਹੈ ਤੇ ਫਿਰ ਸਾਡਾ ਅਸੀਂ ਪਿੱਛੇ ਰਹਿ ਜਾਣਾ। ਹੁਣ ਉਹ ਦੌੜ ਨਹੀਂ ਰਹਿ ਗਈ। ਉਹ ਬਿਲਕੁਲ, ਕਿਉਂਕਿ ਤੁਹਾਨੂੰ ਖਤਰਾ ਵੀ ਹੈ ਨਹੀਂ ਨਾ, ਜੇ ਤੁਸੀਂ ਨਹੀਂ ਕਰ ਰਹੇ ਤਾਂ ਦੂਸਰੇ ਵੀ ਨਹੀਂ ਕਰ ਰਹੇ। ਅੱਛਾ ਅਮਰ ਭਾਈ, ਸੌਰੀ, ਮਾਈਂਡ ਨਾ ਕਰਿਓ ਕਿਤੇ ਇਦਾਂ ਤਾਂ ਨਹੀਂ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਦੀਆਂ ਸਿਫਤਾਂ ਜ਼ਿਆਦਾ ਇਸ ਲਈ ਵੀ ਕਰੀ ਜਾਓ ਲੋਕਾਂ ਨੂੰ ਲੱਗੇ ਕਿ ਯਾਰ ਇਹਨਾਂ ਨੂੰ ਤਾਂ ਹੁਣ ਬ੍ਰਾਂਡ ਐਂਬੈਸਡਰ ਦੀ ਤਰ੍ਹਾਂ ਜਾਂ ਮੀਡੀਆ ਪਾਰਟਨਰ ਦੀ ਤਰ੍ਹਾਂ ਬਣਾਇਆ, ਕਿਤੇ ਇਦਾਂ ਤਾਂ ਨਹੀਂ ਕੋਈ? ਜੇ ਆਮ ਸੌਰੀ ਜੇ ਭਾਜੀ ਇਹਦੇ ਵਿੱਚ ਕੁਛ ਕੱਢਣ ਪਾਉਣ ਨੂੰ ਨਹੀਂ ਹੈਗਾ। ਮੈਂ ਉਹਨਾਂ ਤੋਂ ਇੰਪ੍ਰੈਸ ਹੋਇਆ ਕਰਕੇ ਆਪਾਂ ਅਫੀਸ਼ੀਅਲ ਮੀਡੀਆ ਪਾਰਟਨਰ ਬਣੇ। ਹਾਂਜੀ, ਜੇ ਨਹੀਂ ਤਾਂ ਹੁੰਦਾ ਨਹੀਂ। ਤੁਹਾਨੂੰ ਪਤਾ ਹੀ ਆ ਭਾਜੀ, ਆਪਾਂ ਤਾਂ ਇਲੈਕਸ਼ਨ ਦੇ ਟਾਈਮ 'ਚ ਤਾਂ ਸਾਡੇ ਕੋਲ ਆਪਣੇ ਮੀਡੀਆ ਵਾਲੇ ਕੋਲ ਕਿੱਥੇ ਇੱਕ ਸੈਕਿੰਡ ਵੀ ਨਹੀਂ ਹੁੰਦਾ। ਹਾਂਜੀ, ਠੀਕ ਹੈ ਵੀ ਕਿੰਨੀ ਮਤਲਬ ਸਾਰੇ ਪੰਜਾਬ ਦੇ ਵਿੱਚ। ਪਰ ਐਕਚੁਅਲੀ ਭਾਜੀ ਮੈਂ ਨੈਕਸਟ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸ਼ਾਇਦ ਇੱਕ ਵੀਡੀਓ ਰਾਹੀਂ ਵੀ ਤੁਹਾਨੂੰ ਮੈਂ ਇਹ ਦਿਖਾਵਾਂਗਾ। ਹਾਂਜੀ, ਬਹੁਤ ਵਧੀਆ ਨੇ। ਤੁਸੀਂ ਜਿਹੜੇ ਬੰਦੇ ਰਾਜੂ ਜੀ ਨੂੰ ਜਾਣਦੇ ਹੋਣਗੇ ਜਾਂ ਜਿਨ੍ਹਾਂ ਨੇ ਉਹਨਾਂ ਬਾਰੇ ਕੋਈ ਪ੍ਰੋਗਰਾਮ ਦੇਖਿਆ ਹੋਊਗਾ, ਉਹ ਸਾਰੇ ਉਹਨਾਂ ਦੇ ਫੈਨ ਬਣ ਜਾਂਦੇ ਆ। ਕਿਉਂਕਿ ਭਾਜੀ ਫਿਰ ਵੀ ਆਪਾਂ ਨੂੰ ਜਿੱਥੇ ਕਰਪਸ਼ਨ ਬਹੁਤ ਜ਼ਿਆਦਾ ਆ, ਉੱਥੇ ਚੰਗੇ ਆਫੀਸਰ ਟਾਮੇ ਜਿਹੜੇ ਮਿਲਦੇ ਨੇ, ਉਹਨਾਂ ਤੋਂ ਸਾਰੇ ਕੰਮਦੇ ਵੀ ਆ। ਰਾਈਟ। ਅੱਛਾ, ਆਪਣੇ ਨਾਲ ਨਾ ਇੱਕ ਦੋ ਕਾਲਰਸ ਨੇ, ਮੈਂ ਪਹਿਲਾਂ 2 ਕਾਲਸ ਤਾਂ ਡ੍ਰੌਪ ਵੀ ਹੋ ਗਈਆਂ, ਜੇ ਇਜਾਜ਼ਤ ਦਿਓ ਮੈਂ ਆਪਾਂ 1-2 ਕਾਲਸ ਲੈ ਲਈਏ ਜੀ। ਲਓ ਜੀ, ਲਓ। ਹਾਂਜੀ, ਜਸਵੀਰ ਮਾਂਗੜ ਸਾਹਿਬ ਸੌਰੀ ਤੁਹਾਨੂੰ ਕਾਫੀ ਦੇਰ ਤੋਂ ਹੋਲਡ ਰੱਖਣਾ ਪਿਆ ਤੇ 1-2 ਕਾਲਰ ਡ੍ਰੌਪ ਵੀ ਕਰ ਗਿਆ, ਮੈਂ ਉਹਨਾਂ ਤੋਂ ਵੀ ਮਾਫੀ ਮੰਗਦਾ। ਸੋ ਜੇ ਦੋਸਤੋ ਤੁਸੀਂ ਆਪਾਂ ਕੋਸ਼ਿਸ਼ ਕਰਾਂਗੇ ਬਸ 2-3 ਕਾਲਸ ਹੀ ਲਵਾਂਗੇ, ਜ਼ਿਆਦੀਆਂ ਨਹੀਂ। ਜੇ ਤੁਹਾਡੇ ਮਨ 'ਚ ਵੀ ਕੋਈ ਸਵਾਲ ਹੋਵੇ, ਅਮਨ ਖਟਕਰ ਹੋਰੀ ਇਸ ਵੇਲੇ ਜਿਹੜੇ ਕਿ ਓਫੀਸ਼ੀਅਲ ਤੌਰ ਦੇ ਉੱਤੇ, ਨਾਲੇ ਤਾਂ ਆਪਾਂ ਇਹਨਾਂ ਨੂੰ ਮੁਬਾਰਕਬਾਦ ਦੇਣ ਲਈ ਅੱਜ ਆਜ਼ਾਦ ਕੀਤਾ ਸੀ, ਤੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਐਕਸਕਲੂਸਿਵ ਤੌਰ ਤੇ ਪਹਿਲੀ ਵਾਰ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਇਸ ਵੇਲੇ ਇਲੈਕਸ਼ਨ ਕਮਿਸ਼ਨ ਕਿਸ ਤਰੀਕੇ ਦੇ ਨਾਲ ਡੀਲ ਕਰ ਰਿਹਾ ਇਹਨਾਂ ਇਲੈਕਸ਼ਨਸ ਨੂੰ। ਮਾਗਰ ਸਾਹਿਬ ਤੁਸੀਂ ਆਨ ਦੀ ਏਅਰ ਹੋ ਜੀ। ਬਹੁਤ ਬਹੁਤ ਧੰਨਵਾਦ ਜੀ ਹਰਜਿੰਦਰ ਭਾਈ ਜੀ। ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਥੋੜਾ ਜਿਹਾ ਇਸ ਗੱਲ ਲਈ ਕਰੈਕਟ ਕਰਨਾ ਚਾਹੁੰਦਾ ਵੀ ਡਜ਼ ਨੋਟ ਮੈਟਰ ਵੀ ਤੁਹਾਨੂੰ ਉਹਦਾ ਮਿਲ ਗਿਆ। ਨਹੀਂ, ਇਟਸ ਨਾਟ ਉਹਦਾ ਭਾਜੀ, ਉਹਦਾ ਤਾਂ ਨਹੀਂ। ਚਲੋ ਜਿਵੇਂ ਮਰਜ਼ੀ ਹੈ ਜੀ, ਚਲੋ ਕਿਸੇ ਵੀ ਤਰ੍ਹਾਂ ਦੀ ਡੈਜ਼ਿਗਨੇਸ਼ਨ ਲੈ ਲਓ ਜੀ, ਕੁਝ ਵੀ ਕਹਿ ਲਓ, ਹੈ ਨਾ ਜੀ। ਤਾਂ ਜਿਸ ਮੁਲਕ ਦਾ ਅਸੀਂ ਖਾਂਦੇ ਹਾਂ ਉਹਨੂੰ ਅੰਡਰ ਐਸਟੀਮੇਟ ਨਾ ਕਰੀਏ ਟੈਕਨੋਲੋਜੀ ਦੇ ਨਾਲ। ਟੈਕਨੋਲੋਜੀ ਉੱਥੇ ਕਿਸ ਪਰਪਜ਼ ਲਈ ਯੂਜ਼ ਹੋ ਰਹੀ ਹੈ, ਕਿਵੇਂ ਮਿਸਯੂਜ਼ ਹੋ ਰਹੀ ਹੈ, ਆਪ ਉਸ ਗੱਲ ਨੂੰ ਲੈ ਕੇ ਇਹ ਨਾ ਕਰੇ ਜੀ ਇਹ ਕੈਨੇਡਾ ਟੈਕਨੋਲੋਜੀ ਦੇ ਵਿੱਚ ਪਿੱਛੇ ਹੈ। ਜੇ ਟੈਕਨੋਲੋਜੀ ਨਹੀਂ, ਪਰ ਮਾਗਰ ਸਾਹਿਬ ਸੌਰੀ ਮੈਂ ਡਿਫਰ ਕਰੂੰਗਾ, ਸੌਰੀ ਤੁਸੀਂ ਨਾ ਜਿਹੜਾ ਕੰਟੈਕਸਟ ਨਹੀਂ ਸਮਝ ਰਿਹਾ ਜਿਹੜੀ ਗੱਲ ਜਿਸ ਤਰੀਕੇ 'ਚ ਹੋ ਰਹੀ ਹੈ। ਆਪਾਂ ਕੋਈ ਇੱਥੇ ਕੰਪੇਅਰ ਇਸ ਰੂਪ 'ਚ ਨਹੀਂ ਕਰ ਰਹੇ ਕਿ ਉਹ ਆਪਾਂ ਕੋਈ ਕੈਨੇਡਾ ਦੀ ਭੰਡੀ ਕਰ ਰਹੇ ਨਹੀਂ ਚਾਹੀਦੀ ਕੈਨੇਡਾ ਨਾਲ। ਨਹੀਂ, ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ, ਧੰਨਵਾਦ ਮਾਗਰ ਸਾਹਿਬ, ਬਹੁਤ ਸ਼ੁਕਰੀਆ। ਜਿੱਦਣ ਨਾ ਆਪਾਂ ਇਹ ਡਿਬੇਟ ਕਰਾਂਗੇ ਉਦੋਂ ਆਪਾਂ ਵੈਲਕਮ ਕਰਾਂਗੇ ਤੁਹਾਡੀ ਇਸ। ਮੇਰੇ ਖਿਆਲ 'ਚ ਤੁਸੀਂ ਆਪਣੇ ਆਪੋਜ਼ਿਟ ਵਿਚਾਰ ਰੱਖਣ 'ਚ ਮੈਂ ਸਰ, ਪਰ ਤੁਸੀਂ ਮੇਰੀ ਬੇਨਤੀ ਸੁਣੋ ਨਾ ਜੀ। ਤੁਸੀਂ ਦੇਖੋ ਵੀ ਅਸੀਂ ਗੱਲ ਕਰਦਾ ਜਿਹੜੀਆਂ ਗੱਲਾਂ ਇਹਨੂੰ ਛੱਡ ਕੇ ਤੁਸੀਂ ਅਗਲੇ ਪੁਆਇੰਟ ਤੇ ਆਓ ਜੀ। ਇਹ ਗੱਲਾਂ ਤਾਂ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਹੈਗੀਆਂ ਸੀ, ਜਿਹੜੀਆਂ ਗੱਲਾਂ ਇਹ ਹੁਣ ਦੱਸ ਰਹੇ ਨੇ ਜੀ ਇਸ ਵਾਰ ਇਹ ਹੋ ਰਿਹਾ, ਬਿਲਕੁਲ ਸੇਮ ਚੀਜ਼ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਹੈਗੀ ਸੀ। ਹੁਣ ਕੀ ਡਿਫਰੈਂਸ ਹੈ? ਕਿਸ ਨੂੰ ਨਹੀਂ ਪਤਾ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਰੂਲ ਕਰ ਰਹੀ ਹੈ ਉਹਦੇ ਵੱਲੋਂ ਥਾਪਿਆ ਜਾਂਦਾ ਹੈ। ਇਟਸ ਨਾਟ ਏ ਫੇਅਰ। ਕੋਈ ਜੇ ਆਪਾਂ ਕਹੇ ਜੀ ਇੱਥੇ ਫੇਅਰ ਇਲੈਕਸ਼ਨ ਹੋ ਰਹੀ ਹੈ, ਕੁਛ ਵੀ ਫੇਅਰ ਨਹੀਂ ਹੁੰਦਾ। ਇਹ ਸਾਰਾ ਕੁਛ ਆਰਗੇਨਾਈਜ਼ਡ ਢੰਗ ਦੇ ਨਾਲ ਕੀਤਾ ਜਾਂਦਾ ਵੀ ਹਾਂ ਕਿਸ ਤਰ੍ਹਾਂ ਕਿਵੇਂ ਉਹ ਪਲੇ ਕਰਨਾ। ਬਾਕੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਠੀਕ ਹੈ ਮਾਗਰ ਸਾਹਿਬ, ਬਹੁਤ ਮਿਹਰਬਾਨੀ ਸਰ। ਆਈ ਹੋਪ ਕਿ ਤੁਸੀਂ ਮੇਰਾ ਜਿਹੜਾ ਪੁਆਇੰਟ ਸੀ ਉਹ ਇਹ ਹੈ ਵੀ ਆਪਾਂ ਜਿਸ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ ਜੇ ਉਸੇ ਕੰਟੈਕਸਟ ਰੱਖੀਏ, ਕਿਉਂਕਿ ਜੇ ਅਸੀਂ ਕੰਪੇਅਰ ਕਰਨ ਲੱਗਾਂਗੇ ਫਿਰ ਆਪਾਂ ਟੈਕਨੋਲੋਜੀ ਨੂੰ ਉਸ ਦਿਨ ਕੰਪੈਰੀਜ਼ਨ ਲਈ ਵੀ ਆਪਾਂ ਕਾਲਸ ਓਪਨ ਜ਼ਰੂਰ ਕਰਾਂਗੇ ਜੀ। ਅਮਨ ਜੀ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਭਾਜੀ, ਮੈਂ ਤਾਂ ਅਗੇਨ ਮੈਨੂੰ ਤਾਂ ਇਹ ਹੈ ਵੀ ਮੈਂ ਨਾ ਤਾਂ ਕੋਈ ਪੱਤਰਕਾਰ ਹਾਂ। ਹਾਂਜੀ, ਮੈਨੂੰ ਤਾਂ ਇਹ ਸੀਗਾ ਵੀ ਐਜ਼ ਅ ਕੈਨੇਡੀਅਨ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਦੱਸਦਾ ਵੀ ਇੱਕ ਚੀਜ਼ ਜਿਹੜੀ ਵੀਰ ਜੀ ਉਹਨਾਂ ਨੇ ਕਹੀ ਸੀ ਕਿ 5 ਸਾਲ ਪਹਿਲਾਂ ਵੀ ਇੱਦਾਂ ਹੀ ਸੀਗਾ। ਬਿਲਕੁਲ ਨਹੀਂ ਸੀਗਾ ਜੀ। 5 ਸਾਲ ਪਹਿਲਾਂ ਟੈਕਨੋਲੋਜੀ ਇੱਥੇ ਥੋੜੀ ਸੀਗੀ ਜਿੱਥੇ ਅੱਜ ਗਈ ਸੀਗੀ। ਹਾਂਜੀ, ਵੀਡੀਓ ਸਟ੍ਰੀਮਿੰਗ ਕਿੱਥੇ ਹੁੰਦੀ ਸੀਗੀ ਜੀ ਉਦੋਂ। ਜੀ ਆਪਾਂ ਲੈਣੇ ਜੀ ਇੱਕ ਕਾਲ ਹੋਰ ਨੇ, ਜਗਪਾਲ ਜੀ ਨੇ। ਜਗਪਾਲ ਜੀ ਤੁਸੀਂ ਆਉਂਦੇ ਰਹੋ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਮਨ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ। ਤੇ ਜਿਹੜੀ TN ਸੈਸ਼ਨ ਵਰਗਾ ਚੋਣ ਕਮਿਸ਼ਨ ਨਾ ਇੰਡੀਆ ਭਾਰਤ ਨੂੰ ਪਹਿਲਾਂ ਮਿਲਿਆ ਤੇ ਨਾ ਹਜੇ ਉਹਦੇ ਵਰਗਾ ਕੋਈ ਮਿਲਿਆ। ਉਹਨੇ ਜ਼ਰੂਰ ਸੁਧਾਰ ਕੀਤੇ ਸੀ, ਇਹਨਾਂ ਦੇ ਸੁਧਾਰ ਤਾਂ ਕੋਈ ਕੀਤੇ ਉਦੋਂ ਤਾਂ ਨਜ਼ਰ ਆਏ ਨਹੀਂਗੇ। ਪਿਛਲੀ ਇਲੈਕਸ਼ਨ ਤੇ ਇਸ ਇਲੈਕਸ਼ਨ ਬਾਹਲਾ ਕੋਈ ਫਰਕ ਤਾਂ ਹੈ ਨਹੀਂਗਾ। ਹਾਂ, ਟੈਕਨੋਲੋਜੀ ਆਈ ਆ, ਉਹ ਤਾਂ ਹਰ ਸਾਲ ਹਰ ਦਿਨ ਜਿਹੜੀ ਉਹ ਨਵੀਂ ਆਉਣੀ ਆ ਤਾਂ ਨਵੀਂ ਹਰੇਕ ਤਾਂ ਹੀ ਆਉਣੀ ਆ। ਇਕੱਲੀ ਇੰਡੀਆ ਜਾਂ ਇਕੱਲੇ ਕੈਨੇਡਾ ਜਾਂ ਅਮਰੀਕਾ 'ਚ ਨਹੀਂ, ਉਹ ਤਾਂ ਸਾਰੀ ਦੁਨੀਆ 'ਚ ਹੀ ਆ ਜਾਂਦੀ ਹੈ ਜੀ। ਓਕੇ, ਥੈਂਕ ਯੂ। ਠੀਕ ਹੈ ਜੀ, ਬਹੁਤ ਮਿਹਰਬਾਨੀ ਜਗਪਾਲ ਜੀ, ਥੈਂਕ ਯੂ। ਅੱਛਾ, ਪਰ ਅਮਨ ਜੀ ਜਿਹੜੀ ਇਹ ਗੱਲ ਹੁਣ ਆਪਾਂ ਇੱਥੇ ਬੈਠੇ ਇਦਾਂ ਸੋਚ ਰਹੇ ਹਾਂ, ਪਰ ਮੈਨੂੰ ਜੇ ਲੱਗੇ ਕਿ ਮੈਂ ਕੰਪੈਰੀਜ਼ਨ ਜੇ ਕਰਨਾ ਹੋਵੇ ਇਦਾਂ ਟੈਕਨੋਲੋਜੀ ਵਾਈਜ਼ ਜਾਂ ਫਿਰ ਸੈਟਅਪ ਵਾਈਜ਼, ਇੱਥੇ ਆਪਾਂ ਅਜੇ ਵੀ ਲੋਕ ਕਹਿ ਦਿੰਦੇ ਨੇ ਕਿ ਅਸੀਂ ਸਾਡੀਆਂ ਜਿਹੜੀਆਂ ਉਹ ਮਸ਼ੀਨਾਂ ਨੇ ਜਿਹੜੀਆਂ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਜਿਹੜਾ ਵੋਟਾਂ ਪੈਣੀਆਂ, ਉਹਦੇ ਤੇ ਅੱਜ ਵੀ ਡਾਊਟ ਕਰਦੇ ਆ ਲੋਕ। ਅੱਜ ਵੀ ਉਹਨਾਂ ਨੂੰ ਲੱਗਦਾ ਕਿ ਉੱਥੇ ਮੈਨੀਪੂਲੇਸ਼ਨ ਹੋ ਜਾਂਦੀ ਆ। ਅੱਜ ਵੀ ਇੱਥੇ ਜਿਹੜੇ ਆਪਾਂ ਕੈਨੇਡਾ ਦੀ ਜਦੋਂ ਇਲੈਕਸ਼ਨ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਦਾ ਟਰਸਟ ਇਹ ਬਣਿਆ ਹੋਇਆ ਕਿ ਨਹੀਂ ਜੀ, ਅਸੀਂ ਪੇਪਰ ਬੈਲਟ ਦੇ ਉੱਤੇ ਜ਼ਿਆਦਾ ਪ੍ਰੈਫਰ ਕਰਦੇ ਹਾਂ। ਇਸ ਗੱਲ ਦੇ ਉੱਤੇ, ਇਸ ਡਾਊਟ ਦੇ ਬਾਰੇ 'ਚ ਕੀ ਅਬਜ਼ਰਵ ਕੀਤਾ ਤੁਸੀਂ? ਭਾਜੀ ਇੱਥੇ ਨਾ ਕਿਉਂਕਿ ਆਪਣੇ ਕੋਲ ਜਿੰਨਾ ਵੀ ਆਪਾਂ ਦੇਖਦੇ ਹਾਂ ਭਾਜੀ, ਕਿਉਂਕਿ ਮੇਰੀ ਇਹਦੇ ਵਿੱਚ ਕੋਈ ਵੀ ਐਕਸਪਰਟੀ ਨਹੀਂ ਹੈਗੀ, ਠੀਕ ਹੈ ਨਾ। ਜਿਸ ਵੇਲੇ ਆਪਾਂ ਇਲੈਕਟ੍ਰੋਨਿਕ ਮਸ਼ੀਨਾਂ ਨੂੰ, ਪਰ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਉਹਦੇ ਕਈ ਰੀਜ਼ਨਸ ਹੋ ਸਕਦੇ ਵੀਰ ਜੀ। ਜਿੱਦਾਂ ਹੁਣ ਆਪਣੇ ਕੰਟਰੀਆਂ 'ਚ ਤਾਂ ਇਹ ਨਹੀਂ ਯੂਜ਼ ਕੀਤੀਆਂ ਜਾਂਦੀਆਂ, ਪਰ ਇੱਥੇ ਵੋਟਾਂ ਵੀ ਬਹੁਤ ਹੁੰਦੀਆਂ ਜੀ। ਜੇ ਆਪਾਂ ਦੂਸਰੇ ਪਾਸੇ ਦੇਖਦੇ ਹਾਂ, ਮੈਂ ਸਹੀ ਹੈ ਨਾ ਗੱਲ? ਪਾਪੂਲੇਸ਼ਨ ਜ਼ਿਆਦਾ, ਪਾਪੂਲੇਸ਼ਨ ਬਹੁਤ ਹੀ ਜ਼ਿਆਦਾ ਹੈ ਜੀ। ਪਰ ਜਿਹੜੀ ਇਹ ਗੁੰਜਾਇਸ਼, ਜਿਹੜਾ ਮੈਂ ਦੁਬਾਰਾ ਫੇਰ ਪੁੱਛਦਾ, ਤੁਸੀਂ ਕੀ ਹੁਣ ਤੱਕ ਕੋਈ ਇਦਾਂ ਦਾ ਤੁਹਾਡੀ ਸਟੱਡੀ ਹੋਈ ਹੋਵੇ ਕਿ ਇੱਥੇ ਧਾਂਦਲੀ ਹੋਣ ਦੇ ਜਾਂ ਮੈਨੂਪੂਲੇਸ਼ਨ ਹੋਣ ਦੇ ਚਾਂਸਸ ਨੇ? ਕੀ ਸੋਚਦੇ ਹੋ ਇਹਦੇ ਬਾਰੇ? ਇਹਦੇ ਵਿੱਚ ਭਾਜੀ ਮੈਂ ਤਾਂ ਇਹ ਸੋਚਦਾ ਵੀ ਜੇ ਤਾਂ ਹੇਰਾਫੇਰੀ ਜਾਂ ਸ਼ੈਤਾਨੀਆਂ ਜਾਂ ਕੁਛ ਧਾਂਦਲੀਆਂ ਹੋਣੀਆਂ, ਉਹ ਤਾਂ ਪੇਪਰਾਂ ਦੇ ਨਾਲ ਵੀ ਤਾਂ ਹੋ ਹੀ ਜਾਣੀ ਹੈ ਜੀ। ਜੇ ਕਿਸੇ ਨੇ ਕਰਨੀ ਹੋਵੇ, ਜੇ ਐਜ਼ ਮੈਂ ਤਾਂ ਕੋਈ ਓਫੀਸ਼ੀਅਲ ਇਲੈਕਸ਼ਨ ਤਾਂ ਕੋਈ ਓਫੀਸ਼ੀਅਲ ਤਾਂ ਹੈ ਨਹੀਂ, ਮੈਂ ਤਾਂ ਤੁਹਾਡੇ ਵਰਗਾ ਕੈਨੇਡੀਅਨ ਮੁੰਡਾ ਹੈ ਹਨਾ ਜੀ, ਉਹ ਜਿਹੜੀ ਆਪਾਂ ਗੱਲ ਕਰਦੇ ਆ। ਤਾਂ ਉਹਦੇ ਵਿੱਚ ਮੈਨੂੰ ਇਹ ਆ ਵੀ ਇਹਦੇ ਵਿੱਚ ਤਾਂ ਜਿੱਦਾਂ ਪਹਿਲੇ ਵੀਰ ਜੀ ਵੀ ਦੱਸ ਕੇ ਹਟੇ ਆ ਵੀ ਕਿਉਂਕਿ ਆਪਾਂ ਨੂੰ ਪਤਾ ਪਿੱਛੇ ਕਰਪਸ਼ਨ ਬਹੁਤ ਆ, ਹਰ ਕੰਮ ਦੇ ਵਿੱਚ ਕਰਪਸ਼ਨ ਆ ਜੀ, ਰਾਈਟ। ਸੋ ਉਹ ਆਪਾਂ ਬਥੇਰਾ ਕੋਸ਼ਿਸ਼ ਕਰਦੇ ਵੀ ਘਟ ਜਾਵੇ, ਖਤਮ ਹੋ ਜਾਵੇ। ਸ਼ਾਇਦ ਪ੍ਰਮਾਤਮਾ ਕਦੇ ਕੁਛ ਕਰਨਗੇ ਜਿਹੜਾ ਇਹ ਠੀਕ ਹੋ ਜਾਵੇਗੀ। ਤਾਂ ਬਾਕੀ ਭਾਜੀ ਕਿਉਂਕਿ ਉਹਦੇ ਬਾਰੇ ਜਿਹੜੀ ਆਪਾਂ ਗੱਲ ਕਰਦੇ ਹਾਂ, ਜੇ ਹੇਰਾ ਫੇਰੀਆਂ ਸ਼ੈਤਾਨੀਆਂ ਹੋਣੀਆਂ ਆ ਤਾਂ ਮੈਨੂੰ ਤਾਂ ਲੱਗਦਾ ਤਾਂ ਉਹ ਕੱਲੀਆਂ ਮਸ਼ੀਨਾਂ ਕਰਕੇ ਨਹੀਂ, ਉਹ ਵੈਸੇ ਵੀ ਤਾਂ ਉਹ ਜਿਹੜੇ ਡੱਬੇ ਵੀ ਤਾਂ ਆਪਾਂ ਪਹਿਲਾਂ ਸੁਣਦੇ ਹੁੰਦੇ ਸੀਗੇ ਵੀ ਉਹ ਚੱਕ ਲਏ ਜੀ, ਉਹ ਚੋਰੀ ਹੋ ਗਿਆ ਜਾਂ ਨਵੇਂ ਰੱਖ ਦਿੱਤੇ। ਸੋ ਇਹ ਤਾਂ ਇੱਕ ਕਾਲ ਹੋਰ ਲੈ ਲੈਣੇ ਜੀ। ਪੌਲ ਜੀ ਨੇ ਆਪਣੇ ਨਾਲ। ਪੌਲ ਜੀ, ਤੁਸੀਂ ਆਉਂਦੇ ਰਹੋ। ਥੈਂਕ ਯੂ ਸਰ, ਥੈਂਕ ਯੂ ਫॉर ਮੀਲ ਵੇ, ਥੈਂਕ ਯੂ। ਇਹ ਜਿਹੜਾ ਵੀਰ ਜੀ ਕਹਿ ਰਿਹਾ ਨਾ, ਬੜਾ ਪ੍ਰੋਡਕਟਿਵ ਦੱਸ ਰਿਹਾ, ਬੜੇ ਪੋਜ਼ਿਟਿਵ ਖਿਆਲ ਇਹਨਾਂ ਦੇ। ਮੈਂ ਸੱਚ ਡੂ ਐਗਰੀ। ਦੇਖੋ, ਮੈਂ ਮੰਨਦਾ ਇਹ ਐਡਵਾਂਸ ਕੰਟਰੀ ਅਸੀਂ ਰਹਿ ਰਹੇ ਹਾਂ, ਨਾਰਥ ਅਮਰੀਕਾ, ਈਵਨ ਕੈਨੇਡਾ, ਉਹਦੇ ਵਿੱਚ ਇਹ ਆ ਉਹਨਾਂ ਨੂੰ ਮੈਂ ਦੱਸ ਦੇਣਾ, ਜੁਗਾੜ ਵਿੱਚ ਨੰਬਰ 1 ਆ ਸਾਡਾ ਹਿੰਦੁਸਤਾਨ ਜਾਂ ਪੰਜਾਬ, ਜੋ ਵੀ ਹੈ ਜੁਗਾੜ ਫਿੱਟ ਕਰ ਦਿੰਦੇ ਆ। ਤੁਹਾਨੂੰ ਮੈਂ ਦੱਸਦਾ, ਇੱਥੇ ਮੇਰੇ ਜਸਟ ਬਾਈ ਮਾਈ ਓਨ ਐਗਜ਼ਾਮਪਲ, ਆਈ ਵੋਂਟ ਟੇਕ ਯੂ ਲੌਂਗ। ਇੱਕ ਮੇਰੀ ਫੀਲਿੰਗ ਭਰ ਲਈ ਨਾ, ਡਾਕਟਰ ਨੇ ਮੈਨੂੰ ਕਿਹਾ ਇਟ ਕਾਸਟ ਯੂ ਅਰਾਊਂਡ, ਲੈਟਸ ਸੇ ਅਰਾਊਂਡ ਮੇਬੀ ਅਰਾਊਂਡ $700। ਆਈ ਹੈਪਨ ਟੂ ਬੀ ਇਨ ਇੰਡੀਆ। ਪੰਜਾਬ 'ਚ ਮੈਂ ਗਿਆ ਸੀਗਾ, ਜਲੰਧਰ ਸ਼ਹਿਰ 'ਚ ਮੈਂ ਗਿਆ ਸੀਗਾ। ਉਹ ਮੁੰਡੇ ਨੇ, ਡੈਂਟਿਸਟ ਮੁੰਡਾ ਸੀ, ਐਸਾ ਫਿੱਟ ਕੀਤਾ ਮੇਰੇ ਤੋਂ $700 ਵਿੱਚ ਅੱਜ ਤੱਕ ਮੇਰਾ ਦੰਦ ਨਹੀਂ ਹਿੱਲਿਆ। ਮੈਂ ਕਿਹਾ ਬਾਕੀ ਫੀਲਿੰਗ ਕਹਿੰਦਾ ਆਈ ਕੈਨ ਡੂ ਫॉर $2,000 ਗਰੰਟਡ। ਮਤਲਬ ਮੈਂ ਗੱਲ ਕਰਦਾ, ਈਵਨ ਦੋ ਮੇਰੇ ਰਿਲੇਟਿਵ ਕੋ ਆਡੀ ਸੀ, ਖਰਾਬ ਹੋ ਗਈ, ਉਹ ਇੱਕਦਮ ਜੁਗਾੜ ਫਿੱਟ ਕਰਤਾ, ਜਿੱਦਾਂ ਜਰਮਨ ਤੋਂ ਪਾਰਟ ਆ, ਉਹ ਲੋਕਲੇ ਫਿੱਟ ਕਰਕੇ ਸਾਨੂੰ ਰੋਡ ਤੇ ਪਾਤਾ। ਇਹ ਕੋਈ ਸ਼ੱਕ ਵਾਲੀ ਗੱਲ ਨਹੀਂ। ਇੱਥੇ ਮੇਰੀ ਮਰਸੀਡੀਜ਼ ਦਾ ਇੱਕ ਪਾਰਟ ਮੈਨੂੰ ਹਾਲੇ 2 ਹਫ਼ਤੇ ਹੋ ਗਏ ਵੇਟ ਕਰਦਿਆਂ ਨੂੰ, ਹਾਲੇ ਤੱਕ ਪਾਰਟ ਨਹੀਂ ਆ। ਨਹੀਂ, ਚਲੋ ਮੈਂ ਨਾ ਦੁਬਾਰਾ ਫਿਰ ਪੌਲ ਜੀ, ਸੌਰੀ, ਮੈਂ ਜਦੋਂ ਜਿੱਥੇ ਮਾਗਟ ਸਾਹਿਬ ਨੂੰ ਵੀ ਰੋਕਿਆ ਸੀ ਵੀ ਕੌਨਟੈਕਸਟ ਅਸੀਂ ਕਿਸ 'ਚ ਗੱਲ ਕਰ ਰਹੇ ਹਾਂ, ਜੇ ਅਸੀਂ ਉੱਧਰ ਨੂੰ ਕੇਂਦਰਿਤ ਰੱਖੀਏ। ਉਹ ਟੈਕਨੋਲੋਜੀ ਵਾਲੀ ਤਾਂ ਇੱਕ ਚੀਜ਼ ਦੱਸ ਦਿੱਤੀ ਨਾ ਜੀ ਅਮਨ ਜੀ ਨੇ। ਬਾਕੀ ਆਪਾਂ ਓਵਰਆਲ ਜਿਹੜੀ ਡਿਸਕਸ਼ਨ ਹੈ, ਮੈਨੂੰ ਲੱਗਦਾ ਇੱਦਾਂ ਜੇ ਟੈਕਨੋਲੋਜੀ ਕੰਪੇਅਰ ਕਰਾਂਗੇ ਜਾਂ ਇਸ ਤਰ੍ਹਾਂ ਦਾ, ਫਿਰ ਉਹ ਇੱਕ ਡਿਫਰੈਂਟ ਡਿਸਕਸ਼ਨ ਬਣ ਜਾਣੀ ਹੈ ਜੀ। ਸੋ ਆਈ ਹੋਪ ਕਿ ਤੁਸੀਂ ਮਾਈਂਡ ਨਹੀਂ ਕਰੋਗੇ ਮੇਰੀ ਗੱਲ ਨੂੰ। ਨਹੀਂ, ਮਾਈਂਡ ਨਹੀਂ ਕਰਦੇ। ਵੈਸੇ ਵੀ ਤੁਸੀਂ ਦੇਖ ਲਿਓ, ਇੱਥੇ ਵੀ ਵਰਲਡ ਵਾਈਡ ਵਿੱਚ ਜਿਹੜੇ ਗੋਲ ਦੇ ਟੌਪ ਦੇ ਜਿਹੜਾ CEO ਆ, ਉਹ ਹਿੰਦੁਸਤਾਨ ਨੇ ਵੀ, ਹਿੰਦੁਸਤਾਨ ਨੇ ਉਹ ਵੇਦਾਂ ਵੀ ਲਿਖਿਆ ਵੀ ਮਾਸਟਰ, ਮੈਥ ਦੇ ਮਾਸਟਰ ਹੈ। ਇੱਥੇ ਵੀ ਰਾਜ ਇਹੀ ਹੋਣਾ ਇਲੈਕਟ੍ਰੋਨਿਕਸ। ਅੱਛਾ, ਇੱਥੇ ਆਪਾਂ ਮੈਂ ਇੱਕ ਬੇਨਤੀ ਹੋਰ ਕਰਦਾ, ਤੁਸੀਂ ਸੁਜੈਸਟ ਕਰੋ। ਦੇਖੋ ਵੀ ਇਸ ਵੇਲੇ ਜੇ ਪੋਜੀਸ਼ਨ ਜਾਂ ਕਹਿ ਲਈਏ ਜਾਂ ਜਿਹੜੀ ਇੱਕ ਜ਼ਿੰਮੇਵਾਰੀ ਇਸ ਵੇਲੇ ਜੇ ਮਿਲੀ ਹੈ ਮੀਡੀਆ ਦੇ ਤੌਰ ਦੇ ਉੱਤੇ, ਤੁਹਾਨੂੰ ਕੀ ਲੱਗਦਾ ਕਿ ਉਹਦੇ ਵਿੱਚ ਆਪਣੇ ਵੱਲੋਂ ਇਹ ਹੋਰ ਕੀ ਕਰ ਸਕਦੇ, ਕੀ ਇਨਪੁਟ ਦੇ ਸਕਦੇ ਆ ਤਾਂ ਕਿ ਉਹਨੂੰ ਹੋਰ ਬਿਹਤਰ ਜਾਂ ਬੈਟਰ ਬਣਾਉਣ ਦੇ ਵਿੱਚ ਆਪਾਂ, ਕਿਉਂਕਿ ਜਿਸ ਤਰੀਕੇ ਨਾਲ ਹੁਣ ਇਹਨਾਂ ਦੀ ਐਸੋਸੀਏਸ਼ਨ ਜੇ ਇਲੈਕਸ਼ਨ ਕਮਿਸ਼ਨ ਦੇ ਨਾਲ ਹੋਈ ਹੈ, ਤਾਂ ਉਹਨਾਂ ਨੂੰ ਕੀ ਸੁਝਾਅ ਕੀ ਦੇਣਾ ਚਾਹੁੰਦੇ ਹੋ ਤੁਸੀਂ?
Well, I mean, I'm not much into Punjab politics. ਮੈਂ ਤੁਹਾਨੂੰ ਇੱਥੇ ਗੱਲ ਦੱਸ ਦਿੰਦਾ, ਇਹ ਮੁੰਡਿਆਂ ਨੇ ਠੀਕ ਕਿਹਾ, ਹਾਲੇ ਇੱਥੇ ਜਿਹੜੇ ਇਹ ਟ੍ਰਾਂਸਫਰ ਕਰਨ ਲਈ ਟਾਈਮ ਲੱਗਦਾ, ਹਾਲੇ ਇਹ ਪਤਾ ਨਹੀਂ ਕੀ ਗੱਲ ਹੈ, ਵੀ ਲਿਵ ਇਨ ਬੜੀ ਹਾਈ ਸੋਸਾਇਟੀ, ਪਰ ਅਸੀਂ ਇੱਥੇ ਹਾਲੇ ਬਿਹਾਈਂਡ ਆ। ਹਿੰਦੁਸਤਾਨ ਕੋਈ ਸ਼ੱਕ ਵਾਲੀ ਗੱਲ ਨਹੀਂ, ਇਹਦੇ ਵਿੱਚ ਬਹੁਤ ਮਾਸਟਰ, ਉਹ ਬਹੁਤ ਤੇਜ਼ੀ ਰਫ਼ਤਾਰ ਫੜ ਰਿਹਾ। ਆਈ ਡੂ ਐਗਰੀ ਵਿਦ ਦਿਸ ਜੈਂਟਲਮੈਨ। ਥੈਂਕ ਯੂ। ਠੀਕ ਹੈ ਸਰ, ਬਹੁਤ ਸ਼ੁਕਰੀਆ। ਹਾਂਜੀ ਅਮਨ ਜੀ, ਤੁਸੀਂ ਹੁਣ ਜੇ ਕੋਈ ਹੋਰ ਇਸ ਤੋਂ ਇਲਾਵਾ ਤੁਹਾਨੂੰ ਲੱਗਦਾ ਹੋਵੇ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਨੇ ਕੋਈ ਹੋਰ ਲੋਕਾਂ ਦੇ ਲਈ ਉਹਨਾਂ ਨੂੰ ਅਵੇਅਰ ਕਰਨ ਦੇ ਲਈ, ਤਾਂ ਕਿ ਇੱਕ ਚੀਜ਼ ਇਹ ਵੀ ਯਕੀਨੀ ਬਣਾਈ ਜਾ ਸਕੇ ਕਿ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਨੇ ਲੋਕੀ ਪਾਉਣ ਲਈ ਬਾਹਰ ਵੀ ਨਿਕਲਣ, ਇਹਦੇ ਲਈ ਕੀ ਕਿਸ ਤਰ੍ਹਾਂ ਦਾ ਕੈਂਪੇਨ ਡਿਜ਼ਾਈਨ ਕੀਤਾ ਜਾ ਰਿਹਾ, ਔਰ ਇਸ ਗੱਲ ਨੂੰ ਕਿਵੇਂ ਮੇਕ ਸ਼ੋਰ ਕੀਤਾ ਜਾਏਗਾ ਕਿ ਉੱਥੇ ਜਿਹੜੀਆਂ ਧਾਂਦਲੀਆਂ ਦਾ ਆਪਾਂ ਫਿਕਰ ਜਤਾਉਂਦੇ ਹਾਂ, ਜਾਂ ਜਿਹੜੀਆਂ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀਆਂ ਠੱਗੀਆਂ ਠੋਰੀਆਂ ਕਰਨ ਤੇ, ਜਾਂ ਡਰਾਉਣ ਧਮਕਾਉਣ ਤੇ, ਜਾਂ ਰਿਸ਼ਵਤ ਦੇ ਕੇ, ਪੈਸੇ ਦੇ ਕੇ, ਨਸ਼ਾ ਵੰਡ ਕੇ ਵੋਟਾਂ ਪਵਾਉਣ ਦੇ ਉੱਤੇ ਉੱਧਰ ਨੂੰ ਵੀ ਇਲੈਕਸ਼ਨ ਕਮਿਸ਼ਨ ਦਾ ਕੋਈ ਧਿਆਨ ਹੋਣਾ, ਕਿ ਜਾਂ ਸਿਰਫ ਸਿਸਟਮ ਤੇ ਜਾਂ ਟੈਕਨੋਲੋਜੀ ਤੇ ਜ਼ੋਰ ਲੱਗਿਆ ਹੋਇਆ? ਭਾਜੀ ਜਿਹੜੀਆਂ ਜਿੱਦਾਂ ਹੁਣ ਵੀ ਆਪਾਂ ਦੇਖਦੇ ਹਾਂ ਨਾ ਜੀ, ਕਿਉਂਕਿ ਹੁਣ ਤਾਂ ਜ਼ਿਆਦਾ ਉਹਨਾਂ ਨੂੰ ਨੱਥ ਪਾਉਣ ਦੇ ਲਈ ਨਾ ਜਿਹੜੇ CCTV ਕੈਮਰੇ ਆ, ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਯੋਗਦਾਨ ਤਾਂ ਉਹੀ ਪਾ ਰਹੇ ਨੇ। ਬਾਕੀ ਜਿਹੜੇ ਇੱਥੇ ਹੈਗੇ ਆ, ਪਰ ਮੈਨੂੰ ਐਤਕੀ ਦੀ ਇਲੈਕਸ਼ਨ ਜਿਹੜੀ ਹੈ ਨਾ ਬਾਕੀਆਂ ਨਾਲੋਂ ਇਸ ਕਰਕੇ ਵੀ ਵੱਖ ਲੱਗਦੀ ਆ ਵੀ ਬਾਹਰ ਰੌਲਾ ਨਹੀਂ ਹੈਗਾ, ਸੜਕਾਂ ਤੇ ਜਾਮ ਨਹੀਂ ਹੈਗੇ, ਰੈਲੀਆਂ ਨਹੀਂ ਹੋ ਰਹੀਆਂ, ਲੋਕ ਖੱਪ ਨਹੀਂ ਪਾ ਰਹੇ, ਉਹ ਚੁੱਪ ਕਰਕੇ ਜਾ ਕੇ ਵੋਟ ਪਾਉਣ ਆਉਣਗੇ ਤਾਂ ਵਾਪਸ ਜਾਣਗੇ। ਅੱਛਾ, ਇੱਕ ਹੋਰ ਅਸੀਂ ਪਿਛਲੇ ਦਿਨੀ ਆਪਣੇ ਰੇਡੀਓ ਤੇ ਵੀ ਗੱਲ ਕੀਤੀ ਸੀ, ਸੌਰੀ ਤੁਹਾਡੀ ਗੱਲ ਵਿੱਚ ਕੱਟ ਲਈ, ਕਿ ਅਸੀਂ ਇੱਕ ਪੋਸਟ ਵੀ ਮੈਂ ਸਾਂਝੀ ਕੀਤੀ ਸੀ ਵੀ ਕੀ ਪੋਸੀਬਲ ਹੋ ਸਕਦਾ ਕਿ ਪੰਜਾਬ ਇਲੈਕਸ਼ਨ ਜਾਂ ਇੰਡੀਆ ਦੀ ਜਾਂ ਜਦੋਂ ਕਿਸੇ ਹੋਰ ਤਰ੍ਹਾਂ ਦੀਆਂ ਇਲੈਕਸ਼ਨਸ ਵੀ ਹੋਣੀਆਂ ਤਾਂ ਇੱਥੇ ਕੈਨੇਡਾ ਦੇ ਪੈਟਰਨ ਤੇ, ਅਮਰੀਕਾ ਦੇ ਪੈਟਰਨ ਤੇ ਲੀਡਰਸ ਦੀਆਂ ਡਿਬੇਟ ਹੋਣ, ਕੈਂਡੀਡੇਟਸ ਦੀਆਂ ਡਿਬੇਟਸ ਹੋਣ ਇੱਕ ਸਾਂਝੇ ਪਲੇਟਫਾਰਮ ਤੇ, ਕੋਈ ਇਸ ਬਾਰੇ ਵੀ ਇਲੈਕਸ਼ਨ ਕਮਿਸ਼ਨ ਸੋਚ ਰਿਹਾ? ਭਾਜੀ ਨਹੀਂ ਐਕਚੁਅਲੀ ਇਹਦੇ ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਕਿ ਲੀਡਰ ਆਉਂਦੇ ਨੇਗੇ। ਹੁਣ ਅਸੀਂ ਆਪਣੇ ਸਾਰਿਆਂ ਨਾਲ ਚੰਗੇ ਤਾਲੁਕਾਤ ਹੈਗੇ, ਕਿਉਂਕਿ ਆਪਾਂ ਨੈਗੇਟਿਵ ਚੀਜ਼ਾਂ ਨੂੰ ਨਹੀਂ ਚੱਕਦੇ, ਆਪਾਂ ਤਾਂ ਕੋਸ਼ਿਸ਼ ਇਹੀ ਹੁੰਦੀ ਪ੍ਰਾਈਮ ਏਸ਼ੀਆ ਦੀ ਤੇ ਆਪਾਂ ਪੋਜ਼ਿਟਿਵ ਚੀਜ਼ਾਂ ਹੀ ਦਿਖਾਈਏ। ਔਰ ਮੈਂ ਵੀ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ, ਕਿਉਂਕਿ ਆਪਾਂ ਨੂੰ ਪਤਾ ਹੈ ਜੀ ਕਿ ਕੁਛ ਕੁ ਲੀਡਰ ਜਿਹੜੇ ਬਹੁਤ ਵਧੀਆ ਹੋਣਗੇ ਡਿਬੇਟ ਦੇ ਵਿੱਚ, ਉਹ ਕੁਛ ਕੁ ਲੀਡਰ ਜਿਹੜੇ ਆ ਤੇ ਉਹ ਬਹੁਤ ਵਧੀਆ ਨਹੀਂ ਕਰਨਗੇ, ਕਿਉਂਕਿ ਉਹ ਰਿਸਕ ਲੈਣਾ ਹੀ ਨਹੀਂ ਚਾਹੁੰਦੇ। ਤੇ ਹੁਣ ਉਹਨਾਂ ਨੂੰ ਲੱਗਦਾ ਵੀ ਸਾਡੀ ਗੱਲ ਬਣ ਜਾਣੀ ਆ, ਪਰ ਜੇ ਉਹਦੇ 1 to 1 ਉਹਦੇ ਬਰਾਬਰ ਆ ਗਏ ਤਾਂ ਸ਼ਾਇਦ ਉਹਨਾਂ ਨੂੰ ਲੱਗੂਗਾ ਕਿ ਉਹ ਦੂਸਰੇ ਤੋਂ ਕਾਫੀ ਛੋਟੇ ਫੀਲ ਹੋਣਗੇ। ਸੋ ਇਹ ਡਿਬੇਟ ਉਹ ਆਉਣਗੇ ਨਹੀਂ ਉੱਥੇ ਤੋਂ ਹਰਜਿੰਦਰ ਭਾਜੀ, ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਡਿਫਰੈਂਟ ਤਰੀਕੇ ਨਾਲ ਜੇ ਕਿਸ ਤਰ੍ਹਾਂ ਲੈ ਕੇ ਆਂਦਾ ਜਾਵੇ, ਜਿੱਦਾਂ ਆਪਾਂ ਕੈਨੇਡਾ 'ਚ ਕਰਦੇ ਹਾਂ। ਪਰ ਦੇਖਦੇ ਹਾਂ ਜੀ ਕਾਮਯਾਬੀ ਹੁੰਦੀ ਹੈ ਜਾਂ ਮਿਲਦੀ ਆ ਜਾਂ ਨਹੀਂ। ਬਟ ਉਹ ਮੈਂ ਸੋ ਫਾਰ ਮੈਂ ਤੁਹਾਨੂੰ ਦੱਸਣਾ, ਹੁਣ ਤੱਕ ਕੋਈ ਵੀ ਲੀਡਰ ਜਿਹੜੇ ਤਾਂ ਵਧੀਆ ਉਹ ਤਾਂ ਰੈਡੀ ਨੇ, ਪਰ ਜਿਹੜੇ ਥਾਪੀਆਂ ਮਾਰਦੇ ਹੋਣੇ ਬਰਾਬਰ ਖੜੇ ਨੇ ਉਹ ਤਾਂ ਕਹਿੰਦੇ ਆਉਣ, ਉਹਨਾਂ ਨੂੰ ਪਤਾ, ਉਹ ਕਹਿੰਦੇ ਨਹੀਂ ਅਸੀਂ ਆਉਣਾ ਨਹੀਂ, ਕਿਉਂਕਿ ਉਹਨਾਂ ਨੂੰ ਡਰ ਵਾ ਪਏ ਕਿ ਸਾਡਾ ਨੁਕਸਾਨ ਨਾ ਹੋ ਜਾਵੇ। ਕਿਉਂਕਿ ਇਸ ਵੇਲੇ ਸੋ ਜਿੰਨੀ ਦੇਰ ਤੱਕ ਜਾਂ ਤਾਂ ਇਹ ਮੈਂਡੇਟਰੀ ਨਹੀਂ ਹੋ ਜਾਂਦਾ ਕਿ ਇਲੈਕਸ਼ਨ ਕਮਿਸ਼ਨ ਕਹੇ ਵੀ ਭਾਈ ਵੀ ਹਾਂ ਇੱਕ ਡਿਬੇਟ ਜ਼ਰੂਰ ਹੋਣੀ ਹਰ ਹਲਕੇ ਦੀ ਇੱਕ ਸਾਂਝੇ ਪਲੇਟਫਾਰਮ ਤੇ ਜੇ ਫਿਰ ਉਧਰੋਂ ਪਾਰਟੀ ਲੀਡਰਸ ਦੀ ਇੱਕ ਡਿਬੇਟ ਹੋਣੀ ਹੈ, ਫਿਰ ਉਨੀ ਦੇਰ ਤਾਂ ਨਹੀਂ ਪੋਸੀਬਲ। ਹਾਂਜੀ ਉਹ ਇਹ ਕਿਉਂਕਿ ਪਰ ਲੱਗਦਾ ਨਹੀਂ ਗਾ ਭਾਜੀ ਉਹ, ਕਿਉਂਕਿ ਇਹ ਅਗੇਨ ਕਿਉਂਕਿ ਇਹਨਾਂ ਨੂੰ ਆਪਣਾ ਡਰ ਹੁੰਦਾ ਆ ਕਿ ਆਪਾਂ ਨੂੰ ਪਤਾ ਵੀ ਕੁਛ ਲੀਡਰ ਜੇ ਹੁਣ ਆਪਾਂ ਪ੍ਰੈਕਟੀਕਲੀ ਤਾਂ ਇਹੀ ਹੈ ਨਹੀਂ ਲੈਂਦੇ, ਪਰ ਕਈ ਬਹੁਤ ਵਧੀਆ ਨੇ, ਉਹਨਾਂ ਨੂੰ ਪਤਾ ਵੀ ਉਹ ਤਾਂ ਖਾ ਜਾਣਗੇ ਦੂਸਰੇ ਨੂੰ। ਬਿਲਕੁਲ ਠੀਕ ਹੈ ਨਾ ਜੀ, ਇਸੇ ਕਰਕੇ ਉਹ ਆਉਣਾ ਹੀ ਨਹੀਂ ਚਾਹੁੰਦੇ ਜੀ ਉਹ, ਪਰ ਕੋਸ਼ਿਸ਼ ਕਰ ਰਹੇ ਆ ਜੇ ਕਾਮਯਾਬ ਹੋਏ ਤਾਂ ਜ਼ਰੂਰ। ਰਾਈਟ। ਕੋਈ ਹੋਰ ਸਰ ਅਖੀਰ ਦੇ ਵਿੱਚ ਆਈ ਨੋ ਤੁਹਾਡੇ ਕੋਲ ਗੱਲਾਂ ਤਾਂ ਬਹੁਤ ਹੋਣੀਆਂ, ਲੰਬੀ ਡਿਸਕਸ਼ਨ ਕਿਤੇ ਜਿੰਨੀ ਮਰਜ਼ੀ ਕਰ ਲਈਏ, ਕੋਈ ਹੋਰ ਪੁਆਇੰਟ ਇੱਕ ਕਾਲ ਲੈ ਕੇ ਤਾਂ ਫਿਰ ਸਮਾਪਤ ਕਰ ਦਿੰਦੇ। ਇੱਕ ਕਾਲਰ ਹੋਰ ਆਏ ਨੇ ਆਪਣੇ ਨਾਲ। ਹਾਂਜੀ ਗੁਰਪਾਲ ਜੀ, ਤੁਸੀਂ ਆਉਂਦੀ ਰਹੋ, ਇਹ ਲਾਸਟ ਕਾਲ ਹੋਏਗੀ ਦੋਸਤੋ, ਹੋਰ ਕਾਲਸ ਨਾ ਕਰਿਓ। ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਜਿਹੜੇ ਤੁਸੀਂ ਡਿਬੇਟ ਦੀ ਗੱਲ ਕਰ ਰਹੇ ਵੀ ਆਨਲਾਈਨ ਡਿਬੇਟ ਦੇ ਲੀਡਰ ਆਉਣ, ਆਪਣੇ ਪ੍ਰਧਾਨ ਮੰਤਰੀ ਵਰਗੇ ਜਿਹੜੇ ਕਿ ਪ੍ਰੈਸ ਰਿਪੋਰਟਰਾਂ ਦੇ ਸਾਹਮਣੇ ਬੈਠ ਸਕਦੇ, ਪ੍ਰੈਸ ਕਾਨਫਰੰਸ ਨਹੀਂ ਕਰ ਸਕਦੇ, ਡਿਬੇਟ 'ਚ ਕਿਵੇਂ ਆਉਣਗੇ? ਜੀ ਇਹ ਵੀ ਤਰਾਸਦੀ ਹੈ ਜੀ ਵਾਕਈ। ਠੀਕ ਹੈ ਸਰ, ਬਹੁਤ ਸ਼ੁਕਰੀਆ ਜੀ, ਧੰਨਵਾਦ। ਹਾਂ ਇਹ ਗੱਲ ਤਾਂ ਹੈ, ਜਿਵੇਂ ਅਮਨ ਜੀ ਤੁਸੀਂ ਵੀ ਕਿਹਾ ਕਿ ਉੱਥੇ ਫਿਰ ਲੀਡਰ ਆਪਣੀ ਮਰਜ਼ੀ ਕਰਦੇ, ਜਿੰਨੀ ਦੇਰ ਤੱਕ ਮੈਂਡੇਟਰੀ ਨਾ ਹੋਇਆ, ਜਿੰਨੀ ਦੇਰ ਤੱਕ ਪੱਕਾ ਨਾ ਹੋਇਆ ਵੀ ਹਾਂ ਭਾਈ ਇਹ ਵੀ ਇੱਕ ਫਾਰਮੈਟ ਹੈ, ਜ਼ਰੂਰੀ ਹੈ, ਇਹ ਮੁਸ਼ਕਿਲ ਹੋ ਜਾਣਾ। ਤੇ ਹੋਰ ਸਰ ਕੁਝ ਖਾਸ 1-2 ਮਿੰਟ ਦੇ ਵਿੱਚ ਆਪਣੇ ਕਲੋਜ਼ਿੰਗ ਰਿਮਾਰਕਸ ਦੇ ਦਿਓ। ਨਹੀਂ ਮੈਂ ਤਾਂ ਇਹੀ ਹੈ ਜੀ, ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਆਪਾਂ ਨੂੰ ਤਾਂ ਜੇ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਆਪਾਂ ਇੱਕ ਦੂਸਰੇ ਤੋਂ ਸਿੱਖ ਕੇ ਹੀ ਅੱਗੇ ਜਾਂਦੇ ਆ। ਸਮਾਂ ਕੁਛ ਵੀ ਭਾਜੀ ਇੱਥੇ ਕੀ ਤੁਹਾਡੇ ਸੁਝਾਅ ਜਿਹੜੇ ਬਹੁਤ ਜ਼ਿਆਦਾ ਕੀਮਤੀ ਆ, ਕਿਉਂਕਿ ਤੁਹਾਡਾ ਜਿਹੜਾ ਸੁਝਾਅ ਤੁਸੀਂ ਭਾਜੀ ਤੁਹਾਨੂੰ ਭਾਵੇਂ ਬਾਅਦ 'ਚ ਫੋਨ ਕਰਕੇ ਵੀ ਕਰ ਦੇਣ ਤਾਂ ਉਹ ਇਮੀਡੀਏਟਲੀ ਮਤਲਬ ਵਿਦਿਨ ਮਿੰਟਸ ਇਲੈਕਸ਼ਨ ਕਮਿਸ਼ਨ ਕੋਲ ਪਹੁੰਚ ਜਾਣਗੇ। ਮੈਂ ਤਾਂ ਇਹੀ ਕਰ ਸਕਦਾ, ਮੈਂ ਤਾਂ ਇੱਕ ਬ੍ਰਿਜ ਹੀ ਬਣ ਸਕਦਾ ਆ। ਬਾਕੀ ਤਾਂ ਆਪਾਂ ਨੂੰ, ਕਿਉਂਕਿ ਤੁਹਾਡੇ ਨਾਲ, ਕਿਉਂਕਿ
ਜੋ ਕੁਝ ਵੀ ਤੁਹਾਨੂੰ ਲੱਗਦਾ ਕਿ ਕਰਨਾ ਚਾਹੀਦਾ ਆ, ਜੋ ਕੁਝ ਤੁਹਾਨੂੰ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਨੂੰ ਆਹ ਚੀਜ਼ਾਂ ਕਰਨੀਆਂ ਚਾਹੀਦੀਆਂ, ਉਹ ਜ਼ਰੂਰ ਸਾਨੂੰ ਦੱਸੋ, ਉਹ ਸਾਨੂੰ ਦੱਸੋ ਤਾਂ ਕਿ ਆਪਾਂ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਈਏ। ਤਾਂ ਇਲੈਕਸ਼ਨ ਦੀ ਇਹੀ ਆ, ਬਾਰ-ਬਾਰ ਆਪਣਾ ਸਾਰਿਆਂ ਦਾ ਜ਼ੋਰ ਇਹੀ ਲੱਗਾ ਆ ਕਿ ਵੱਧ ਤੋਂ ਵੱਧ ਵੋਟਾਂ ਪੈਣ ਔਰ ਵੀਰ ਜੀ ਐਂਡ ਸੇਫ ਇਲੈਕਸ਼ਨ ਹੋਵੇ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਸ ਵੇਲੇ ਇਲੈਕਸ਼ਨ ਦਾ ਟਾਈਮ ਆਉਂਦਾ ਆ ਉਦੋਂ ਕਿਹੋ ਜਿਹੀਆਂ ਵਾਰਦਾਤਾਂ ਹੁੰਦੀਆਂ, ਕਿਹੋ ਜਿਹੇ ਪਿਛਲੀਆਂ ਇਲੈਕਸ਼ਨਾਂ 'ਚ ਦੇਖੋ ਬੰਬ ਤੱਕ ਵੀ ਚੱਲੇ ਸੀ ਔਰ ਹੁਣ ਵੀ ਲੁਧਿਆਣੇ ਜੋ ਕੁਝ ਹੋਇਆ। ਸਾਨੂੰ ਤਾਂ ਅਸੀਂ ਇਹੀ ਪ੍ਰੇ ਕਰਦੇ ਹਾਂ ਵੀ ਸ਼ਾਂਤੀ ਦੇ ਨਾਲ ਇਲੈਕਸ਼ਨ ਹੋ ਜਾਵੇ ਔਰ ਵੱਧ ਤੋਂ ਵੱਧ ਲੋਕ ਵੋਟ ਪਾਉਣ, ਜੋ ਵੀ ਉਹਨਾਂ ਨੂੰ ਜਿਹੜਾ ਵੀ ਕੈਂਡੀਡੇਟ ਜਿਹੜੀ ਵੀ ਪਾਰਟੀ ਚੰਗੀ ਲੱਗਦੀ ਆ ਵੀ ਉਹਨਾਂ ਦਾ ਹੱਕ ਆ ਵੀ ਇੱਕ ਫੇਅਰ ਇਲੈਕਸ਼ਨ ਹੋ ਜਾਵੇ ਔਰ ਸ਼ਾਂਤੀ ਦੇ ਨਾਲ ਹੋ ਜਾਵੇ। ਰਾਈਟ ਅਮਨ ਭਾਈ, ਬਹੁਤ ਮਿਹਰਬਾਨੀ, ਥੈਂਕ ਯੂ। ਅੱਛਾ, ਇੱਕ ਜਾਂਦੇ ਜਾਂਦੇ ਦੱਸਿਓ ਵੀ ਇਸ ਵਾਰ ਜਿਹੜੇ ਸਾਡੇ NRIs ਦਾ ਜਿਹੜਾ ਯੋਗਦਾਨ ਹੈ ਜਾਂ ਪ੍ਰਭਾਵ ਹੈ ਜਾਂ ਸ਼ਿਰਕਤ ਹੈ, ਉਹ ਇਸ ਵਾਰ ਪਿਛਲੀਆਂ ਇਲੈਕਸ਼ਨਸ ਨਾਲੋਂ ਵੱਧ ਲੱਗ ਰਹੀ ਹੈ ਕਿ ਘੱਟ ਲੱਗ ਰਹੀ ਹੈ, ਜਾਂ ਕਿਵੇਂ ਆਬਜ਼ਰਵ ਕੀਤਾ? ਅਜੀ ਬਹੁਤ ਹੀ ਘੱਟ ਆ, ਬਹੁਤ ਹੀ ਘੱਟ। ਇਸ ਵਾਰ ਬਹੁਤਾ ਇੰਟਰਸਟ ਨਹੀਂ ਹੈ। ਆਪਾਂ ਨੂੰ ਪਤਾ ਸੀਗਾ ਅਜੀ ਨਹੀਂ, ਇੰਟਰਸਟ ਨਹੀਂ। ਇੱਕ ਕੋਵਿਡ ਵੀ ਬਹੁਤ ਵੱਡਾ ਰੀਜ਼ਨ ਆ, ਕਿਉਂਕਿ ਆਪਾਂ ਇੰਡੀਅਨ ਉਹ ਆ, ਸਾਨੂੰ ਤਾਂ ਚਾਹ ਚੜ ਜਾਂਦਾ, ਮੇਲੇ ਨੁਮਾ ਕਹਿ ਲਓ ਮਾਹੌਲ ਬਣ ਜਾਂਦਾ ਜਦੋਂ ਵੋਟਾਂ ਆਉਂਦੀਆਂ। ਆਪਾਂ ਨੂੰ ਪਤਾ ਹੀ ਹੈ ਜੀ ਆਪਾਂ ਕਿਉਂਕਿ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਆ ਪੋਲਿਟਿਕਸ ਦੇ ਵਿੱਚ। ਪਰ ਇਸ ਵਾਰ ਕੀ ਆ, ਕੋਵਿਡ ਕਰਕੇ, 에ਅਰਲਾਈਨਾਂ ਦੀਆਂ ਰਿਸਟ੍ਰਿਕਸ਼ਨਸ ਕਰਕੇ ਆਪਣੇ ਮੈਂ ਜੇ NRI ਦੇਖਦਾ ਮੈਨੂੰ ਬਿਲਕੁਲ ਦਿਸਦੇ ਨੇਗੇ ਜਾਂ ਬਹੁਤ ਹੀ ਘੱਟ ਨੇ ਜਿੱਦਾਂ ਪਿਛਲੀ ਵਾਰ ਆਈ ਸੀ। ਤਾਂ ਹੁਣ ਸਭ ਤੋਂ ਵੱਡਾ ਉਹਦਾ ਰੀਜ਼ਨ ਮੈਨੂੰ ਇਹੀ ਲੱਗਦਾ ਕਿ ਕੋਵਿਡ ਆ, ਐਨ ਪਲੱਸ ਟਿਕਟਾਂ ਬਹੁਤ ਹੀ ਜ਼ਿਆਦਾ ਮਹਿੰਗੀਆਂ ਹੈ ਵੀਰ ਜੀ, ਔਰ ਲੋਕੀ ਆਉਣਾ ਵੀ ਨਹੀਂ ਚਾਹੁੰਦੇ, ਉਹ ਡਰਦੇ ਕਿ ਅਸੀਂ ਸਟਕ ਨਾ ਹੋ ਜਾਈਏ ਇੱਥੇ। ਹਾਂਜੀ ਅਮਨ ਭਾਈ, ਬਹੁਤ ਮਿਹਰਬਾਨੀ, ਤੁਸੀਂ ਸਮਾਂ ਕੱਢਿਆ ਤੇ ਇੱਕ ਵਾਰ ਫਿਰ ਤੁਹਾਡੇ ਵਤਾਰੇ ਨੂੰ, ਪ੍ਰਾਈਮ ਏਸ਼ੀਆ ਨੂੰ ਸਾਡੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਬਾਦ, ਸ਼ੁਭਕਾਮਨਾਵਾਂ, ਬੈਸਟ ਵਿਸ਼ੇਸ, ਤੇ ਸਾਡੇ ਲਈ ਇਹ ਸਾਰਿਆਂ ਦੇ ਲਈ ਪ੍ਰਾਊਡ ਦਾ ਸਬਬ ਹੈ। ਸੋ ਬਹੁਤ ਧੰਨਵਾਦ ਇੱਕ ਵਾਰ ਫਿਰ। ਥੈਂਕ ਯੂ ਵੀਰ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ ਵੀਰ, ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸਨ ਅਮਨ ਖਟਕਰ ਹੋਣੀ, CEO ਪ੍ਰਾਈਮ ਏਸ਼ੀਆ TV, ਜਿਹੜੇ ਕਿ ਓਫੀਸ਼ੀਅਲ ਤੌਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੇ ਨਾਲ ਓਫੀਸ਼ੀਅਲ ਮੀਡੀਆ ਪਾਰਟਨਰ ਬਣੇ ਨੇ। ਸੋ ਅੱਜ ਇਹਨਾਂ ਨੇ ਅਨਾਊਂਸਮੈਂਟ ਵੀ ਕੀਤੀ ਤੇ ਐਕਸਕਲੂਸਿਵ ਤੌਰ ਦੇ ਉੱਤੇ ਸਾਡੇ ਨਾਲ ਰੇਡੀਓ ਦੇ ਉੱਤੇ ਜੁੜੇ। ਸੋ ਜਿਵੇਂ ਇਹਨਾਂ ਨੇ ਗੱਲ ਕੀਤੀ ਸੀ ਕਿ ਇਸ ਵਾਰ ਇਲੈਕਸ਼ਨ ਨੂੰ ਕਿਸ ਤਰੀਕੇ ਦੇ ਨਾਲ ਕੰਡਕਟ ਕੀਤਾ ਜਾਣਾ, ਟੈਕਨੋਲੋਜੀ ਦੀ ਗੱਲ ਮੈਂ ਦੁਬਾਰਾ ਕਹਿੰਦਾ ਵੀ ਉਹ ਟੈਕਨੋਲੋਜੀ ਇੱਕ ਪਾਰਟ ਆਫ ਡਿਸਕਸ਼ਨ ਦੇ ਤੌਰ ਦੇ ਉੱਤੇ ਆਪਾਂ ਉਹਨੂੰ ਇਕੱਲਾ ਇੱਕੋ ਹੀ ਵਿਸ਼ਾ ਨਾ ਬਣਾਈਏ। ਮਾਗੜ ਸਾਹਿਬ ਤੋਂ ਮੈਂ ਮਾਫੀ ਮੰਗਦਾ, ਹੋ ਸਕਦਾ ਉਹਨਾਂ ਨੂੰ ਬੁਰਾ ਲੱਗਿਆ ਹੋਵੇ ਮੈਂ ਗੱਲ ਕੱਟੀ ਉਹਨਾਂ ਦੀ, ਪਰ ਮੇਨ ਸੀ ਕਿ ਅਸੀਂ ਇੱਕ ਓਵਰਆਲ ਇਸ ਵਾਰ ਸੈਟਅਪ ਜਾਂ ਪੂਰਾ ਪੈਟਰਨ ਕਿਸ ਤਰੀਕੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜੇ ਕੋਈ ਅਚੀਵਮੈਂਟ ਜਾਂ ਕੋਈ ਜੇ ਇਸ ਤਰ੍ਹਾਂ ਦੀ ਕੋਈ ਪੋਜੀਸ਼ਨ ਜਾਂ ਅਹੁਦਾ ਜਾਂ ਜ਼ਿੰਮੇਵਾਰੀ ਜੇਕਰ ਮਿਲੀ ਹੈ ਮੀਡੀਆ ਦੇ ਤੌਰ ਦੇ ਉੱਤੇ, ਤਾਂ ਮੈਂ ਸਮਝਦਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹਦੇ ਲਈ ਸਾਨੂੰ ਸਾਰਿਆਂ ਨੂੰ ਪ੍ਰਾਊਡ ਹੋਣਾ ਚਾਹੀਦਾ ਔਰ ਅਸੀਂ ਇੱਕ ਵਾਰ ਫਿਰ ਪੂਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ। ਸੋ ਇਸ ਵੇਲੇ 2:51 ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਤੁਸੀਂ ਸੁਣ ਰਹੇ ਹੋ। ਅਗਲੇ ਹਿੱਸੇ ਦੇ ਵਿੱਚ ਕਾਫੀ ਇੰਟਰਸਟਿੰਗ ਗੱਲਬਾਤ ਹੋਏਗੀ ਸਾਡੇ NRIs ਨਾਲ ਰਿਲੇਟਡ ਹੀ, ਜਿਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਬਿਹਾਈਂਡ ਹੋ ਗਿਆ, ਮੈਂ ਸਮਾਂ ਥੋੜ੍ਹਾ ਜਿਹਾ ਓਵਰ ਚੱਲ ਗਿਆ। ਉਹਦੇ ਵਿੱਚ ਵੀ ਅਸੀਂ ਗੱਲ ਕਰਾਂਗੇ ਸਾਡੇ ਪੰਜਾਬ ਪਹੁੰਚਣ ਦੇ ਲਈ, ਖਾਸ ਤੌਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਨ ਦੇ ਲਈ ਜਿਹੜੀਆਂ ਫਲਾਈਟਸ ਦਾ ਜ਼ਿਕਰ ਚੱਲ ਰਿਹਾ ਉਹਦੇ ਬਾਰੇ 'ਚ ਇੱਕ ਵਿਸ਼ੇਸ਼ ਗੱਲਬਾਤ ਹੋਣੀ ਹੈ। You are listening to the Harjinder Gill Show, Rams Punjabi, only on 1350 AM. For all the latest updates, please subscribe G Media Group and press the bell icon.